द खालस टीवी देख रहे साडे सारे दर्शकों का बहुत बहुत स्वागत है। इस वक्त असी मौजूद हाँ ਸਿੰਘੂ बॉर्डर ते। कुछ दिन पहला ਸਿੰਘੂ बॉर्डर ते घटना वापरी, बेअदबी की घटना वापरी। उस तो बाद निहंग ਸਿੰਘਾਂ ने मुलजम नूं सौदा लाया। उस तो बाद दे जो हालात बने हुए ने ते ताज़ा जिहड़ी खबर वो ये है जिहड़ी बहुत वड्डे तरीके दे नाल वायरल हुई है कि इत्थे ਜਿਹੜੇ ਨਿਹੰਗ ਸਿੰਘਾਂ ਦੇ ਦਲ ਸੇਵਾ ਕਰ ਰਹੇ ਨੇ, ਮੋਰਚਾ ਗੱਡ ਕੇ ਬੈਠੇ ਹੋਏ ਨੇ, ਉਦੋਂ ਤੋਂ ਹੀ ਜੋ ਤੋਂ ਕਿਸਾਨ ਬੈਠੇ ਨੇ ਉਹਨਾਂ ਦੇ ਵਿੱਚੋਂ ਇੱਕ ਬਾਬਾ ਨਿਹੰਗ ਸਿੰਘ ਜਿਹੜੇ ਕਿ ਮਿਸਲ ਸ਼ਹੀਦਾਂ ਸ਼ਹੀਦ ਪਿਆਰੇ ਹਿੰਮਤ ਸਿੰਘ ਚਮਕੌਰ ਸਾਹਿਬ ਤੋਂ ਸੇਵਾਦਾਰ ਨੇ, ਜਿਸ ਦੇ ਇਸ ਜਿਹੜੀ ਮਿਸਲ ਹੈ ਉਸ ਦੇ ਮੁਖੀ ਬਾਬਾ ਮਾਨ ਸਿੰਘ ਹੈਗੇ ਨੇ ਤੇ ਉਹ ਸਾਡੇ ਨਾਲ ਹੈਗੇ ਨੇ। ਉਹਨਾਂ ਦੀ ਤਸਵੀਰ ਜਿਹੜੀ ਵਾਇਰਲ ਹੋਈ ਹੈ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਤੇ ਉਸ ਤਸਵੀਰ ਦੇ ਵਿੱਚ ਪਿੰਕੀ ਕੈਟ ਵੀ ਹੈ। ਖਾੜਕੂਵਾਦ ਦੇ ਦੌਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੁਲਿਸ ਦੇ ਵੱਡੇ ਟਾਊਟ ਦੇ ਵਜੋਂ ਉਸਨੇ ਕਾਫੀ ਜਿਹੜੇ ਆਪਣੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਸੀ। ਸੋ ਬਾਬਾ ਅਮਨ ਸਿੰਘ ਹੈਗੇ ਨੇ ਤੇ ਉਹ ਤਸਵੀਰ ਦੇ ਬਾਰੇ ਉਹਨਾਂ ਨੇ ਹੁਣ ਤੱਕ ਕਾਫੀ ਇੰਟਰਵਿਊਜ਼ ਦੇ ਵਿੱਚ ਕਹਿ ਦਿੱਤਾ ਹੈ ਕਿ ਉਸ ਤਸਵੀਰ ਦੇ ਵਿੱਚ ਉਹ ਹੈਗੇ ਨੇ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਮੁਲਾਕਾਤ ਹੋਈ ਹੈ। ਸੋ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਜਿਹੜੀ ਤਸਵੀਰ ਵਾਇਰਲ ਹੋਈ ਹੈ ਉਹ ਤੁਹਾਡੇ ਫੋਨ ਦੇ ਵਿੱਚ ਹੈਗੀ ਹੈ, ਕਿਹਨੇ ਖਿੱਚੀ ਸੀ ਉੱਥੇ ਤਸਵੀਰ? ਇਹ ਭਾਈ ਜਦੋਂ ਅਸੀਂ ਰਾਸ਼ਟਰਪਤੀ ਨੂੰ ਚਿੱਠੀਆਂ ਲਾਈਆਂ ਨੇ ਨਾ ਸਾਰੀਆਂ, ਮੈਂ ਸਾਰੇ ਸੰਸਾਰ ਨੂੰ ਕਲੀਅਰ ਹੀ ਕੀਤਾ ਹੋਇਆ ਵੀ ਚਿੱਠੀਆਂ ਲੱਗੀਆਂ ਹੋਈਆਂ ਨੇ, ਉਹਦਾ ਅਸੀਂ ਹਿਸਾਬ ਲੈਣਾ ਇਹਨਾਂ ਤੋਂ ਸਾਰਾ। ਉਹ ਹੁਣ ਸੰਸਾਰ ਨੂੰ ਸਾਰਾ ਕਲੀਅਰ ਹੋ ਜਾਊਗਾ। ਪਰ ਜੋ ਇਹਨਾਂ ਨੇ ਉਰੇ ਬੇਅਦਬੀ ਕਰਾਈ ਹੈ ਇਹ ਤੋਮਰ ਮੰਤਰੀ ਨੇ ਕਰਾਈ ਹੈ, ਬੀਜੇਪੀ ਨੇ ਕਰਾਈ ਹੈ। ਤੁਸੀਂ ਉਹਨਾਂ ਨਾਲ ਮੁਲਾਕਾਤ ਕਰਨ ਗਏ ਸੀਗੇ, ਕਦੋਂ ਦੀ ਗੱਲ ਹੈਗੀ ਹੈ ਇਹ ਪਿੱਛੇ ਚਿੱਠੀਆਂ ਲੱਗੀਆਂ ਹੋਈਆਂ ਨੇ, ਗ੍ਰਹਿ ਮੰਤਰੀ ਨੂੰ ਮਿਲਣਾ, ਰਾਸ਼ਟਰਪਤੀ ਨੂੰ, ਸਾਰਿਆਂ ਨੂੰ ਚਿੱਠੀਆਂ ਲੱਗੀਆਂ ਹੋਈਆਂ ਨੇ। ਬਕਾਇਦਾ ਸੀ ਤੁਹਾਨੂੰ ਨੰਬਰ ਵੀ ਦਿਖਾ ਦਿੰਦੇ ਆ। ਹਾਲੇ ਤਾਂ ਇਕੱਲੇ ਤੋਮਰ ਨੇ ਫੋਟੋ ਪਾਈ ਆ ਭਾਈ, ਹਾਲੇ ਤਾਂ ਮੋਦੀ ਦੀ ਵੀ ਪੈਣੀ ਆ। ਤੇ ਬਾਬਾ ਜੀ ਇਹ ਜਿਹੜੀ ਫੋਟੋ ਸੀ ਉੱਥੇ ਕਿਹਨੇ ਖਿੱਚੀ ਸੀ, ਤੁਹਾਨੂੰ ਯਾਦ ਹੈ ਕਿਹਨੇ ਖਿੱਚੀ ਸੀ? ਕੈਮਰੇ ਲੱਗੇ ਹੋਏ ਨੇ ਸਾਰੇ, ਉਹਨਾਂ ਨੂੰ ਸਾਰੀ ਫੌਜ ਦੀ ਪਾਓ ਨਾ, ਸਾਡੀ ਕੱਲਿਆਂ ਦਾ ਨਹੀਂ ਪਾਓ। ਠੀਕ ਹੈ। ਉਹ ਫੋਟੋ ਮਤਲਬ ਤੁਹਾਨੂੰ ਲੱਗਦਾ ਕਿ ਬੀਜੇਪੀ ਨੇ ਉਹ ਬਾਹਰ ਕੱਢੀ ਹੈ ਹੁਣ ਇੰਨੇ ਟਾਈਮ ਬਾਅਦ? ਉਹ ਤਾਂ ਉਹਨਾਂ ਦਾ ਜੋ ਮਰਜ਼ੀ, ਉਹ ਕੁਝ ਵੀ ਕਰਨ, ਉਹਨਾਂ ਨੇ ਹੁਣ ਪਾਈ ਆ ਅੰਦੋਲਨ ਨੂੰ ਖਰਾਬ ਕਰਨ ਵਾਸਤੇ। ਠੀਕ ਹੈ। ਪਾਈ ਜਾਣ ਫੋਟੋ ਨਾਲ, ਮਤਲਬ ਉਹਨਾਂ ਨੇ ਮੌਕਾ ਦੇਖ ਕੇ ਵੀ ਜਦੋਂ ਵਰਤਣਾ ਚਾਹੀਦਾ ਉਦੋਂ ਵਰਤ ਰਹੇ ਨੇ। ਤੁਹਾਨੂੰ ਮਤਲਬ ਤੁਸੀਂ ਪੂਰਾ ਇਲਜ਼ਾਮ ਲਾ ਰਹੇ ਹੋ ਕਿ ਬੀਜੇਪੀ ਨੇ ਉਹ ਫੋਟੋ ਹੁਣ ਕੱਢੀ ਹੈ? ਬਿਲਕੁਲ ਕਲੀਅਰ। ਪਿੱਛੇ ਇਹਨਾਂ ਦਾ ਲੰਮਾ ਸਮਾਂ ਪਹਿਲਾਂ ਹਕੀਮਪੁਰ ਇਹਨਾਂ ਨੇ ਗੱਡੀ ਚੜਾਈ, ਆ ਹੁਣ ਉਰੇ ਬੇਅਦਬੀ ਇਹਨਾਂ ਨੇ ਭੇਜੇ ਨੇ ਬੰਦੇ, ਇਹਨਾਂ ਨੇ ਕਰਾਈ ਆ। ਇਹ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਕਿਸ ਆਧਾਰ ਤੇ ਕਹਿ ਰਹੇ ਹਾਂ? ਕਿ ਰੂਪਾ ਬਿਰਦੇ ਕਹਾਂਗੇ ਨਾ ਭਾਈ। ਅਸੀਂ ਜਦੋਂ ਸਾਡੀਆਂ ਚਿੱਠੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਉੱਥੇ, ਸਾਨੂੰ ਕੋਈ ਇਨਸਾਨ ਕਹਿ ਰਿਹਾ ਵੀ ਘੋੜੇ ਲੈ ਜਾਓ, ਤੁਸੀਂ ਚੱਲ ਜਾਓ ਇੱਥੋਂ, ਤੇ ਅਸੀਂ ਗਏ ਨਾ, ਅਸੀਂ ਸਰਕਾਰ ਦੀ ਮੰਨੀ ਨਾ, ਤੇ ਸਾਨੂੰ ਪਤਾ ਨਹੀਂ ਵੀ ਅਸੀਂ ਬੈਠੇ ਕਿਹਦੇ ਕਰਕੇ, ਕਿਹੜਾ ਸਾਡਾ ਦੁਸ਼ਮਣ ਆ ਕਿਹੜਾ ਸਾਡਾ ਮਿੱਤਰ, ਸਾਰਾ ਹੀ ਪਤਾ ਸਾਨੂੰ ਇੱਥੇ। ਬਾਬਾ ਜੀ ਇਹ ਕਹਿ ਰਹੇ ਨੇ ਕਿ ਜੁਲਾਈ ਦੇ ਵਿੱਚ ਮੀਟਿੰਗ ਹੋਈ ਹੈ, ਕਿਹੜੀ ਤਰੀਕ ਨੂੰ ਮੀਟਿੰਗ ਹੋਈ ਸੀ? ਉਹਨਾਂ ਨੇ ਖੁਦ ਤੁਹਾਨੂੰ ਬੁਲਾਇਆ ਸੀ ਜਾਂ ਕੋਈ ਵਿਚੋਲਾ ਪਿਆ ਸੀ? ਕਿਵੇਂ ਹੋਈ ਇਹ ਮੀਟਿੰਗ, ਥੋੜਾ ਦੱਸ ਸਕਦੇ ਹੋ? ਇਹ ਬਿਲਕੁਲ ਸਾਰਿਆਂ ਨੂੰ ਪਤਾ ਹੈ। ਪਿੰਕੀ ਕਰਦੇ ਕਲੀਅਰ, ਅਸੀਂ ਤਾਂ ਕਲੀਅਰ ਕਰਤਾ ਪੁੱਤ ਸਾਰੇ ਸੰਸਾਰ ਨੂੰ। ਭਾਵੇਂ ਤੋਮਰ ਨਾਲ ਫੋਟੋਆਂ ਪਾ ਦਿਓ, ਭਾਵੇਂ ਪਿੰਕੀ ਨਾਲ ਪਾ ਦਿਓ, ਪਰ ਮੁੱਦਾ ਤਾਂ ਕਿਸਾਨੀ ਦਾ ਹੀ ਰਹੂਗਾ। 2015 ਤੋਂ ਲੈ ਕੇ ਹੁਣ ਤੱਕ ਬੇਅਦਬੀ, ਹੁਣ ਤਾਂ ਸਿੰਘੂ ਬਾਰਡਰ ਤੇ ਹੋਈ ਆ, ਹੁਣ ਸਾਡੇ ਕੋਲੇ ਹੋਊਗੀ, ਸਾਡੇ ਘਰ 'ਚ ਹੋਊਗੀ। ਕੱਲ ਨੂੰ ਸੰਸਾਰ ਸਾਤੋਂ ਤਰ੍ਹਾਂ ਦੇ ਸਵਾਲ ਪੁੱਛਦਾ ਵੀ ਤੁਸੀਂ ਕਿੱਥੇ ਸੀ। ਲੋਕਾਂ ਨੇ ਕਹਿਣਾ ਨਿਹੰਗ ਸਿੰਘ ਉੱਦਾਂ ਕਹਿੰਦੇ ਉੱਥੇ ਬੈਠੇ ਆ, ਸੁੱਖਾ ਪੀ ਕੇ ਪਏ ਹੋਣਗੇ ਜਾਂ ਬੱਕਰੇ ਖਾ ਕੇ ਪਏ ਹੋਣਗੇ ਜਾਂ ਆਪਦੇ ਘਰਾਂ 'ਚ ਹੋਣਗੇ। ਤੇ ਬੇਅਦਬੀ ਬਾਬਾ ਜੀ ਜਿਹੜੀ ਸਿੰਘਾਂ ਨੇ ਸੌਦਾ ਲਾਤਾ, ਤੇ ਹੁਣ ਕੋਈ ਕਹਿੰਦਾ ਨਿਹੰਗ ਸਿੰਘਾਂ ਨੇ ਉਹਨੂੰ ਟਿਕਾਉ ਵਾਂਗੂ ਟੰਗਤਾ। 2015 ਤੋਂ ਲੈ ਕੇ 22 ਤੱਕ ਹੁਣ ਇੰਨਾ ਸਮਾਂ ਲੰਘ ਗਿਆ, ਉਦੋਂ ਤਾਂ ਕੋਈ ਟੰਗਿਆ ਨਹੀਂ। ਅੱਛਾ ਬਾਬਾ ਜੀ ਜਿਹੜਾ ਇਹ ਬੇਅਦਬੀ ਹੋਈ ਹੈ ਸਿੰਘੂ ਬਾਰਡਰ ਤੇ, ਬੇਅਦਬੀ ਦੀ ਘਟਨਾ ਤੇ ਜਿਹੜੀ ਫੋਟੋ ਵਾਇਰਲ ਹੈ, ਉਸ ਘਟਨਾ ਦਾ ਕਨੈਕਸ਼ਨ ਕੀ ਹੈ ਆਪਸ ਦੇ ਵਿੱਚ? ਕੀ ਸਮਝਾਉਣਾ ਚਾਹੁੰਦੇ ਹੋ ਤੁਸੀਂ? ਅਸੀਂ ਇਹ ਸਮਝਾਉਣਾ ਚਾਹੁੰਦੇ ਹਾਂ, ਸਾਨੂੰ ਕਲੀਅਰ ਕੀਤਾ ਜਾਵੇ ਸਾਰਾ। 2015 ਤੋਂ ਲੈ ਕੇ ਹੁਣ 22 ਹੋ ਗਿਆ ਵੀ ਇਹ ਬੇਅਦਬੀਆਂ ਕਰਾ ਕੌਣ? ਇੱਕ ਇਨਸਾਨ ਕਰਾ ਰਿਹਾ, ਕੋਈ ਬਾਹਰੋਂ ਤਾਂ ਆ ਕੇ ਕਰ ਨਹੀਂ ਰਿਹਾ। ਲੀਡਰ ਹੀ ਨੇ, ਬੰਦੇ ਹੀ ਨੇ, ਕੋਈ ਰੱਬ ਤਾਂ ਹੈ ਨਹੀਂ ਵੀ ਕਿਹੜੇ ਗੈਪ ਹੋ ਜਾਂਦੇ ਆ ਬੇਅਦਬੀਆਂ ਕਰਾ ਕੇ। ਸਰਕਾਰ ਕੀ ਨਹੀਂ ਕਰ ਸਕਦੀ? ਕਰਨ ਤੇ ਆਵੇ, ਸਰਕਾਰ ਨੇ ਕੀੜੀ ਨਹੀਂ ਲੰਘਣ ਦੇਣੀ। ਜਦੋਂ ਨੌਜਵਾਨਾਂ ਨੂੰ ਚੱਕ ਮਾਰ ਦਿੰਦੀ ਹੈ ਮਿੰਟ 'ਚ ਸਰਕਾਰ, ਐਡੇ ਉਹਨਾਂ ਨੂੰ ਮੁੰਡਿਆਂ ਨੂੰ ਮਾਰ ਦਿੰਦੀ, ਝੂਠੇ ਪਰਚੇ ਪਾ ਸਕਦੀ ਹੈ ਸਰਕਾਰ, ਤਾਂ ਇਹ ਵੀ ਨਹੀਂ ਕਲੀਅਰ ਕਰਾ ਸਕਦੀ। ਜਾਈਏ ਕਿੱਥੇ? ਹਾਈ ਕੋਰਟ ਜਾਈਏ?
ਹਾਈ ਕੋਰਟ ਨੇ ਸੁਣੀ ਨਹੀਂ ਕਦੇ। ਸੁਪਰੀਮ ਕੋਰਟ ਜਾਈਏ, ਸੁਪਰੀਮ ਕੋਰਟ ਨੇ ਨਹੀਂ ਸੁਣੀ। ਰਾਸ਼ਟਰਪਤੀ ਦੇ ਗਏ ਸੀ ਤੇ ਆ ਕਰਤਾ ਕਲੀਅਰ ਸਾਰਾ। ਰਾਸ਼ਟਰਪਤੀ ਕਿਹਦੇ ਆ? ਸਾਰੇ ਇਹਨਾਂ ਦੇ ਤਾਂ ਲੱਗੇ ਹੋਏ ਅਫਸਰ। ਅੱਛਾ, ਇਹ ਚਿੱਠੀਆਂ ਤੁਸੀਂ ਜਿਹੜੀਆਂ ਦਿਖਾ ਰਹੇ ਹੋ ਇਹ ਕੀ ਨੇ ਇਹ ਚਿੱਠੀਆਂ? ਇਹ ਚਿੱਠੀਆਂ ਦੇ ਵਿੱਚ ਅਸੀਂ ਕਲੀਅਰ ਕੀਤਾ ਵੀ ਇੱਕ ਤਾਂ ਜਿਹੜੇ ਖੇਤੀ 3 ਕਾਨੂੰਨ ਨੇ ਉਹਨਾਂ ਨੂੰ ਇਹ ਰੱਦ ਕਰੇ, ਉਹਨਾਂ ਨੂੰ ਰੱਦ ਕਰਨ। NSP ਉਹ ਲਿਖ ਕੇ ਦੇਣ। ਇੱਕ ਜਨਾ ਖਾਣਾ ਕੋਈ ਉੱਠ ਕੇ ਕਹਿ ਦਿੰਦਾ ਨਿਹੰਗਾਂ ਸਿੰਘਾਂ ਦੀ ਕਿਰਪਾਨ ਜ਼ਬਤ ਕਰਾ ਦੇਵਾਂਗੇ, ਜਿੰਨੇ ਵੀ ਸਾਡੇ ਸ਼ਸਤਰ ਨੇ ਸਾਰੇ ਵਾਲੇ ਅਸੀਂ ਕਲੀਅਰ ਕਰ ਦਈਏ ਸੰਸਾਰ ਨੂੰ ਵੀ ਇਹ ਨੰਬਰ ਨੇ ਸਾਰੇ ਇਹਨਾਂ ਤੇ, ਇਹਨਾਂ ਦੀ ਸਾਰੀ ਛਾਣਬੀਣ ਕਰ ਲੇ, ਜਿਹਨੇ ਵੀ ਕਰਨੀ ਹੋਵੇ ਇਹਨਾਂ ਤੇ ਸੰਪਰਕ ਕਰਾ ਲੇ। ਕਿਹਦੇ ਕਿਹਦੇ ਨੰਬਰ ਨੇ ਬਾਬਾ ਜੀ? ਇਹ ਤੁਸੀਂ ਸਾਰੇ ਭਾਈ ਸੰਸਾਰ ਨੂੰ ਕਲੀਅਰ ਨੇ, ਤੁਸੀਂ ਦੱਸ ਦਿਓ। ਤੋਮਰੂ ਨੇ ਸਾਰੇ ਉਹਨਾਂ ਦੀ ਨੇ। ਇੱਥੇ ਨੰਬਰ ਨੇ ਜਿਹੜੇ ਲਿਖਿਆ ਹੋਇਆ ਦਿੱਲੀ ਪ੍ਰਧਾਨ ਮੰਤਰੀ, ਮੋਦੀ ਦਫ਼ਤਰ, ਗਵਰਨਰ ਪੰਜਾਬ, ਉਸ ਤੋਂ ਬਾਅਦ ਇੱਧਰ ਨੇ ਜਿਹੜੇ ਨੰਬਰ ਪ੍ਰਤਿਭਾ ਪਾਟਿਲ, ਰਾਸ਼ਟਰਪਤੀ, ਪਰ ਉਹ ਹੈ ਨਹੀਂ, ਸਾਬਕਾ ਰਾਸ਼ਟਰਪਤੀ ਹੋ ਗਏ ਨੇ, RJ ਯਾਦਵ, ਪੰਜਾਬ ਰਾਜਪਾਲ, ਗਵਰਨਰ ਚੰਡੀਗੜ੍ਹ, ਇਹ ਸਾਰੇ ਨੰਬਰ ਨੇ। ਇਹ ਨੰਬਰ ਤੁਸੀਂ ਯਾਨੀ ਕਿ ਕਹਿਣਾ ਚਾਹੁੰਦੇ ਹੋ ਇਹਨਾਂ ਤੇ ਫੋਨ ਕੀਤਾ ਤੁਸੀਂ ਇਹਨਾਂ ਸਾਰਿਆਂ ਨੂੰ? ਪਤਾ ਇਹਨਾਂ ਦੀ ਫੋਨ ਕਾਲ ਕਢਾ ਲਓ। ਠੀਕ ਹੈ, ਇਹਨਾਂ ਨੂੰ ਫੋਨ ਕੀਤਾ ਸੀ, ਆਹ ਚਿੱਠੀ ਲੱਗੀ ਹੋਈ ਹੈ। ਇਹ ਚਿੱਠੀ ਕਿੰਨੀ ਤਰੀਕ ਦੀ ਹੈ ਬਾਬਾ ਜੀ? ਵੇਖ ਲਓ, ਇਹ 20/12/2020 ਦੀ ਚਿੱਠੀ ਹੈਗੀ ਹੈ। 20 ਦਸੰਬਰ 2020 ਦੀ, ਜਦੋਂ ਇੱਥੇ ਮੋਰਚਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਤੁਸੀਂ ਇਹ ਲਿਖੀ ਹੈ। ਇੱਕ ਪਾਸੇ ਤਾਂ ਸੰਸਾਰ ਇਹ ਗੱਲ ਕਹਿ ਰਿਹਾ ਵੀ ਕਲਮ ਦੀ ਲੜਾਈ ਲੜੋ। ਜੇ ਕਲਮ ਦੀ ਲੜਾਈ ਲੜਦੇ ਫਿਰ ਇਨਸਾਫ ਤਾਂ ਦਿਓ ਨਾ। ਤੇ ਬਾਬਾ ਜੀ ਇਹ ਗੱਲ ਨਹੀਂ ਹਾਲੇ ਕਲੀਅਰ ਹੋ ਰਹੀ ਕਿ ਨਰਿੰਦਰ ਤੋਮਰ ਦੇ ਨਾਲ ਮੀਟਿੰਗ ਜਿਹੜੀ ਹੋਈ ਹੈ ਕਿਉਂ ਹੋਈ ਸੀ? ਤੁਸੀਂ ਉੱਥੇ ਮੀਟਿੰਗ ਲਈ ਗਏ ਸੀ ਖੁਦ ਜਾਂ ਤੁਹਾਨੂੰ ਬੁਲਾਇਆ ਗਿਆ ਸੀ? ਇਹ ਤੁਸੀਂ ਕਲੀਅਰ ਦੱਸ ਦਿਓ। ਅਸੀਂ ਸੰਸਾਰ ਨੂੰ ਪਹਿਲਾਂ ਭਾਈ ਕਲੀਅਰ ਕਰਿਆ, ਅੱਜ ਤੁਹਾਨੂੰ ਵੀ ਕਲੀਅਰ ਕਰਦੇ ਹਾਂ। ਬਿਲਕੁਲ ਇਹ ਜਿਹੜਾ ਲਦੋਲਣ ਆ ਨਾ, ਸਾਰੀ ਜੜ ਲਦੋਲਣ ਹੈ। ਇਹ ਲਦੋਲਣ ਦੀ ਆਪਣੀ ਤਿਆਰੀ ਕਰਨ। ਸਰਕਾਰ ਆ ਜਿਹੜੀ BJP ਦੀ, ਉਹ ਲਦੋਲਣ ਦੇ ਹਮੇਸ਼ਾ ਅਟੈਕ ਕਰਦੀ ਹੈ। ਉਹਨੂੰ ਐਂ ਸੀ ਵੀ ਸਾਰਿਆਂ ਨੂੰ ਖਰੀਦ ਲੈਣਗੇ, ਇੱਥੇ ਐਦਾਂ ਨਹੀਂ ਖਰੀਦੇ ਜਾਂਦੇ। ਸਤਿਗੁਰਾਂ ਨੂੰ ਜਾਣ ਦੇਣੀ ਹੈ, ਇਹਨਾਂ ਦੇ ਪੈਸੇ ਦੀ ਨਹੀਂ। ਪਰ ਅਸੀਂ ਇੱਥੋਂ ਘੋੜੇ ਲੈ ਕੇ ਨਹੀਂ ਆਣੇ। ਸਾਨੂੰ ਸਾਰਾ ਕਲੀਅਰ ਕਰਿਆ ਤੋਂ ਮੈਨੇ ਕਹਿੰਦਾ ਬਾਬਾ ਜੀ ਘੋੜੇ ਲੈ ਜਾਓ ਤੁਸੀਂ ਇੱਥੋਂ। ਤੁਹਾਨੂੰ ਇਸ ਕਰਕੇ ਬੁਲਾਇਆ ਗਿਆ ਸੀ? ਕਿਉਂ ਤੁਹਾਨੂੰ ਕਿਉਂ ਕਹਿ ਰਹੇ ਨੇ ਜਾਣ ਨੂੰ? ਤੁਹਾਨੂੰ ਮੋਰਚੇ ਦੇ ਅੱਗੇ ਬੈਠੇ ਆ, ਅਸੀਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਤੇ ਤੁਹਾਡੇ ਮੋਰਚੇ ਦੇ ਅੱਗੇ ਬੈਠਣ ਨਾਲ ਉਹਨਾਂ ਨੂੰ ਕੀ ਤਕਲੀਫ ਹੈ? ਉਹਨਾਂ ਨੂੰ ਇਹ ਤਕਲੀਫ ਕੋਈ ਨਾ ਕੋਈ ਤਾਂ ਜਿਹੜਾ ਮੋਰਚਾ ਲੱਗਿਆ ਵੀ ਇਹਨਾਂ ਨੂੰ ਠਾਲ ਦੇਵਾਂਗੇ। ਜੇ ਮਹਾਰਾਜ ਦੇ ਸਰੂਪ ਲੈ ਗਏ ਸੀ ਇੱਥੋਂ, ਅਸੀਂ ਚੱਲ ਗਏ ਤਾਂ ਇਹ ਦੇਖੋ ਵੀ ਜਿਹੜਾ ਬਾਹਰ ਸੰਸਾਰ ਬੈਠਾ ਸਵੇਰੇ ਸ਼ਾਮ ਅਰਦਾਸਾਂ ਕਰਦੇ ਆ, ਉਹਨਾਂ ਤੋਂ ਡਰਦੇ ਨਹੀਂ ਇਹ। ਤੇ ਕੀ ਉਹਨਾਂ ਨੇ ਕੀ ਪੇਸ਼ਕਸ਼ ਤੁਹਾਨੂੰ ਕੀਤੀ ਸੀ ਇੱਥੋਂ ਜਾਣ ਵਾਸਤੇ? ਕਿਹਾ ਜਦੋਂ ਕੀ ਕਿਹਾ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ? ਕੀ ਕੁਝ ਗੱਲਬਾਤ ਹੋਈ? ਉਹ ਕਹਿੰਦੇ ਤੁਹਾਡੇ ਸਾਰੇ ਕਾਰਜ ਕਰ ਦਿਆਂਗੇ ਜਿੰਨੇ ਵੀ ਪੰਥ ਦੇ ਹੈਗੇ ਆ, ਵੀ ਸਾਡੀਆਂ 4 ਮੰਗਾਂ ਮੰਨ ਲਓ। ਅਸੀਂ ਕਿਹਾ ਜੀ ਇਹ ਮੰਨੀਆਂ ਨਹੀਂ ਜਾਣੀਆਂ। ਠੀਕ ਹੈ, ਇਹ ਨਹੀਂ ਮੰਨੀਆਂ। ਕਿਹੜੀਆਂ ਮੰਗਾਂ ਉਹਨਾਂ ਨੇ ਕਿਹਾ ਸੀ? ਵੀ ਇੱਥੋਂ ਚੱਲ ਜਾਓ, ਇੱਥੋਂ ਚੱਲ ਜਾਓ, ਤੁਸੀਂ ਘੋੜੇ ਲੈ ਜਾਓ। ਜਿਹੜੀ ਪੇਸ਼ਕਸ਼ ਦੀ ਗੱਲ ਚੱਲ ਰਹੀ ਹੈ ਕਿ ਮੀਡੀਆ ਦੇ ਵਿੱਚ ਕਈ ਖਬਰਾਂ ਨੇ ਕਿ ਉਹਨਾਂ ਨੇ ਤੁਹਾਨੂੰ ਪੈਸੇ ਦੀ ਵੀ ਪੇਸ਼ਕਸ਼ ਕੀਤੀ, ਘੋੜਿਆਂ ਦੀ, ਕੀ ਕੁਝ ਕਿਹਾ ਸੀ? ਜਾਂਚ ਕਰਾ ਲਓ, ਉਹ ਜਾਂਚ ਕਰਾ ਲੈਣ। ਪਹਿਲਾਂ ਸਾਰਿਆਂ ਦੀਆਂ ਹੁੰਦੀਆਂ ਨੇ, ਸਾਡਾ ਵੀ ਕਰਾ ਲੈਣ। ਘੋੜਿਆਂ ਦੇ ਪੈਸੇ ਦੇ ਦਾਂਗੇ, ਇਹ ਗੱਲ ਉਹਨਾਂ ਨੇ ਸਾਨੂੰ ਕਹੀ ਸੀ। ਕਹਿੰਦੇ ਜਿੰਨੇ ਤੁਹਾਡੇ ਘੋੜੇ ਮਰ ਗਏ ਬਾਬਾ ਜੀ, ਤੁਹਾਨੂੰ ਘੋੜਿਆਂ ਦੇ ਪੈਸੇ ਦੇ ਦਾਂਗੇ। ਤੇ ਮੀਟਿੰਗ ਬਾਬਾ ਜੀ ਕਰਵਾਈ ਕਿਹਨੇ ਸੀਗੀ? ਉਹਨਾਂ ਨੇ ਕਿਸੇ ਦੇ ਥਰੂ ਤਾਂ ਸੱਦਾ ਭੇਜਿਆ ਹੋਣਾ। ਉੱਥੇ ਇੱਕ ਜਿਹੜੇ BJP ਦੇ ਲੀਡਰ ਸੀ, ਕਿਸਾਨ ਮੋਰਚੇ ਦੇ ਉਹਨਾਂ ਦੇ ਇੱਕ ਲੀਡਰ ਹੈਗੇ ਨੇ, ਤੇ ਇੱਕ ਜਿਹੜਾ ਕੈਨੇਡਾ ਦਾ ਗਰੁੱਪ ਹੈ ਉਹਦੀ ਗੱਲਬਾਤ ਹੋ ਰਹੀ ਹੈ। ਤੇ ਗੱਲਬਾਤ ਇਹ ਚੱਲ ਰਹੀ ਹੈ ਕਿ ਤੁਸੀਂ ਕਿਸਾਨ ਮੋਰਚੇ ਦਾ ਹੱਲ ਕਰਵਾਉਣ ਦੇ ਲਈ ਗਏ ਸੀ, ਕਿਸਾਨਾਂ ਤੇ ਸਰਕਾਰ ਦੀ ਮੀਟਿੰਗ ਦੁਬਾਰਾ ਸ਼ੁਰੂ ਹੋਵੇ ਇਸ ਕਰਕੇ ਗਏ ਸੀ। ਇਹ ਗੱਲ ਫਿਰ ਗਲਤ ਹੈ? ਨਹੀਂ, ਬਿਲਕੁਲ। ਪਹਿਲਾਂ ਆਪ ਜੀ ਨੂੰ ਪਹਿਲਾਂ ਕਲੀਅਰ ਕਰ ਦਈਏ। ਪਹਿਲਾਂ ਜਿਹੜਾ ਸਾਡਾ ਮੋਰਚਾ ਉਹ ਆਪ ਦਰਬਾਰ, ਸਰਬਲੋ ਦਰਬਾਰ, ਦਸਮ ਦਰਬਾਰ ਦਾ ਹੈ, ਜੋ ਬੇਅਦਬੀਆਂ ਕਰਦੇ ਆ। ਚਿੱਠੀਆਂ ਸਾਡੀਆਂ ਉਹਦੀਆਂ ਲੱਗੀਆਂ ਹੋਈਆਂ ਨੇ। ਉਸ ਤੋਂ ਬਾਅਦ 22 ਸਟੈਪ ਅਸੀਂ ਉਹਨਾਂ ਨਾਲ ਗੱਲ ਕਰੀ। ਮੈਂ ਕਿਹਾ ਵੀ ਤੁਸੀਂ ਇਹ ਜਿਹੜਾ ਕਿਸਾਨਾਂ ਦਾ ਮੋਰਚਾ ਇਹ ਕਿਉਂ, ਕੀ ਗੱਲ ਹੈ? ਇਹ ਕਹਿੰਦੇ ਅਮਰੀਕਾ ਤੋਂ ਬੜੀਆਂ ਬੜੀਆਂ ਕੰਪਨੀਆਂ ਆਈਆਂ ਹੋਈਆਂ ਨੇ ਬਾਬਾ ਜੀ ਸਾਡੇ ਨਾਲ। ਉਹਨਾਂ ਨੇ ਮੰਤਰੀ ਤੋਮਰ ਸਾਨੂੰ ਸਮਝਾਉਣ ਲੱਗੇ, ਸਾਨੂੰ ਤਾਂ ਨਹੀਂ ਕੰਪਨੀਆਂ ਕਹੀਆਂ ਸੀ ਸਾਨੂੰ ਉਹਨੇ। ਮੈਂ ਕਿਹਾ ਵੀ ਇਹਨਾਂ ਨੂੰ ਤੁਸੀਂ ਕੈਂਸਲ ਕਰਕੇ ਜਾਓ। ਤੇ ਇਹਨਾਂ ਨੂੰ ਦੱਸ ਦਿੰਦੇ ਵੀ ਉਹ ਬਿੱਲ ਤਾਂ ਮੁੱਕਰ ਹੀ ਗਏ, ਇਸ ਕਰਕੇ ਵੀ ਇਹ ਕਲੀਅਰ ਕਰਨ ਸੰਸਾਰ ਨੂੰ। ਇਹ ਤਕੜੇ ਹੋਣ, ਫੋਟਾਂ ਦੀ ਕੋਈ ਗੱਲ ਨਹੀਂ, ਪਰ ਅਸੀਂ ਉਹਨਾਂ ਦੀਆਂ ਮੰਗਾਂ ਤੇ ਨਹੀਂ ਉੱਤੇ ਜਾਣਾ। ਸਾਨੂੰ ਪਹਿਲਾਂ ਇਹ ਨੇ, ਉਹ ਨੇ ਜਿਹੜੇ ਬੇਨਤੀਆਂ ਅਰਦਾਸਾਂ ਕਰਦੇ ਆ ਸਤਿਗੁਰੂ ਦੇ ਚਰਨਾਂ 'ਚ। ਭਾਵੇਂ ਉਹ ਤੋਮਰ ਨਾਲ ਫੋਟੋ ਪਾਉਣ, ਭਾਵੇਂ ਮੋਦੀ ਨਾਲ ਪਾਉਣ। ਕਾਨੂੰਨੀ ਕਾਰਵਾਈ ਨਾ ਹੋਣਾ ਤਾਂ ਕਾਨੂੰਨੀ ਕਾਰਵਾਈ ਨਾਲ ਸੰਸਾਰ ਨੂੰ ਸਮਝਾ ਦਾਂਗੇ, ਨਹੀਂ ਫਿਰ ਥੋੜ੍ਹਾ ਸਮਾਂ ਦਿਓ। ਹੁਣ 10.5 ਮਹੀਨੇ ਹੋ ਗਏ, ਪਹਿਲਾਂ ਤਾਂ ਸਾਡੀ ਕਿਸੇ ਨੇ ਫੋਟੋ ਪਾਈ ਨਹੀਂ। 2 ਦਿਨ ਪਹਿਲਾਂ ਹੀ ਪਾਉਣ ਦੇ
ਅੱਜ ਦਿਨੇ ਹੁਣ ਸਿੰਘਾਂ ਨੇ ਉਹਨੂੰ ਸੌਦਾ ਲਾਤਾ ਸੀ, ਜ਼ਿੰਮੇਵਾਰੀ ਲੈਤੀ, ਇਸ ਕਰਕੇ ਸਾਡੀ ਫੋਟੋ ਪਾਈ ਹੈ ਇਹਨਾਂ ਨੇ। ਹਾਂ ਬਿਲਕੁਲ, ਇਹੀ ਜਿਹੜੇ ਸਵਾਲ ਟਾਈਮਿੰਗ ਦੇ ਬੜੇ ਸਵਾਲ ਉੱਠ ਰਹੇ ਨੇ ਕਿ ਜਿਹੜੀ ਫੋਟੋ ਜੇ ਜੁਲਾਈ ਦੇ ਵਿੱਚ ਮੀਟਿੰਗ ਹੋਈ ਹੈ ਤਾਂ ਉਹ ਫੋਟੋ ਹੁਣ ਕਿਹਨੇ ਵਾਇਰਲ ਕੀਤੀ ਹੈ? ਮਤਲਬ ਤੁਹਾਡੇ ਫੋਨ 'ਚ ਤਾਂ ਹੈ ਨਹੀਂ ਉਹ ਫੋਟੋ, ਤੁਹਾਡੇ ਕਿਸੇ ਬੰਦੇ ਨੇ ਨਹੀਂ ਖਿੱਚੀ ਸੀ? ਨਹੀਂ, ਸਾਡੇ ਬੰਦੇ ਕੋਲੇ ਕਿਸੇ ਕੋਲੇ ਫੋਨ ਨਹੀਂ ਹੈਗਾ, ਸਾਰੀ ਫੌਜ ਦੀਆਂ ਫੋਟੋਆਂ ਨੇ ਉਹ, ਤੇ ਇਹ ਪਿੰਕੀ ਹੁਣੀਆਂ ਨੇ ਖਿੱਚੀਆਂ ਸੀ, ਇਹਨਾਂ ਨੇ ਸਾਰਿਆਂ ਨੇ ਖਿੱਚੀਆਂ ਨੇ। ਜਦੋਂ ਅਸੀਂ ਉੱਥੋਂ ਨਿਕਲੇ ਇਹਨਾਂ ਨੇ ਪ੍ਰਸ਼ਾਦਾ ਛਕਾਇਆ, ਸਿੰਘਾਂ ਦੀ ਸੇਵਾ ਕਰੀ, ਸਾਰੇ ਸਿੰਘਾਂ ਦੀ ਸੇਵਾ ਕਰੀ, ਸਤਿਕਾਰ ਕਰਿਆ ਸਿੰਘਾਂ ਦਾ। ਪਰ ਸਾਨੂੰ ਇਹ ਨਹੀਂ ਸੀ ਪਤਾ ਨਾ ਵੀ ਅਸੀਂ ਤਾਂ ਆਹ ਕਾਨੂੰਨ ਤੇ ਗੱਲ ਕਰਨ ਗਏ ਆ, ਵੀ ਪਹਿਲਾਂ ਸਾਨੂੰ ਆਹ ਕਲੀਅਰ ਕਰੋ। ਕਿਉਂ ਜਿਹੜੀ ਕਿਸਾਨਾਂ ਦੀ ਲੜਾਈ ਆ ਨਾ, ਉਹ ਅਸੀਂ ਨਹੀਂ ਲੜ ਸਕਦੇ, ਇਸ ਕਰਕੇ ਨਹੀਂ ਲੜ ਸਕਦੇ, ਹਾਲੇ ਉਹਨਾਂ ਦੇ ਲੀਡਰ ਲੜ ਰਹੇ ਨੇ। ਉਹ ਸੈਂਟਰ ਦੀ ਸਰਕਾਰ ਆਪਦਾ ਕਲੀਅਰ ਕਰ ਲੈਣ। ਇਹ ਜਿਹੜਾ ਸਾਡਾ ਉਹ ਅਸੀਂ ਤਾਂ ਉਹਦੇ ਬੇਸ ਤੇ ਸਾਡੀ ਮਿਲ, ਪਰ ਅਸੀਂ ਇਹ 22 ਸਟੈਪ ਗੱਲ ਕਰੀ ਆ ਵੀ ਅਸੀਂ ਉੱਥੋਂ ਜਦੋਂ ਜਾਣਾ, ਉੱਥੋਂ ਜਦੋਂ ਤੁਸੀਂ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿਓ, NSP ਇਹਨਾਂ ਨੂੰ ਲਿਖ ਕੇ ਦੇ ਦਿਓ, ਜਿਹੜੇ 'ਚ ਕੱਲ੍ਹ ਨੂੰ ਇਹ ਕਿਸੇ ਦੇ ਧੱਕੇ ਨਹੀਂ ਖਾਣਗੇ, ਇਹਨਾਂ ਦਾ ਉਹ ਸਾਰਾ ਰਹੂਗਾ। ਯਾਨੀ ਕਿ ਤੁਸੀਂ ਉਹਨਾਂ ਦੀ ਪੇਸ਼ਕਸ਼ ਠੁਕਰਾ ਕੇ ਆ ਗਏ ਸੀ। ਉਸ ਤੋਂ ਬਾਅਦ ਉਹਨਾਂ ਨੂੰ ਕਲੀਅਰ ਹੋਇਆ ਵੀ ਉਸ ਤੋਂ ਬਾਅਦ ਵੀ ਇੱਕ ਅਸੀਂ ਇਹ ਜ਼ਰੂਰ ਤੁਹਾਨੂੰ ਕਲੀਅਰ ਕਰਾਂਗੇ ਵੀ ਜਿਹੜਾ ਇਹ ਧਰਮ ਦਾ ਇਹ 'ਤੇ ਕਾਨੂੰਨ ਬਣਾਓ, ਵੀ ਜਿਹੜੀਆਂ ਥਾਂ ਤੇ ਬੇਅਦਬੀਆਂ ਹੁੰਦੀਆਂ ਨੇ ਇਹਨਾਂ ਤੇ ਵੀ। ਉਹਨਾਂ ਨੇ ਫਿਰ ਉਸ ਮੀਟਿੰਗ ਦੇ ਵਿੱਚ ਕੋਈ ਭਰੋਸਾ ਦਿੱਤਾ ਜੋ ਤੁਸੀਂ ਕਿਹਾ ਕਿ ਅਸੀਂ ਉਦੋਂ ਤੱਕ ਨਹੀਂ ਜਾਵਾਂਗੇ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋਣਗੇ, ਤੇ ਕੋਈ ਤੁਹਾਨੂੰ ਉਹਨਾਂ ਨੇ ਭਰੋਸਾ ਦਿੱਤਾ? ਕੀ ਕਿਹਾ ਫਿਰ ਤੋਮਰ ਨੇ, ਮੰਤਰੀ ਤੋਮਰ ਨੇ? ਅਸੀਂ ਘੋੜੇ ਲੈ ਕੇ ਗਏ ਨਹੀਂ, ਅਸੀਂ ਜਵਾਬ ਦਿੱਤਾ ਨਾ, ਅਸੀਂ ਗਏ ਨਹੀਂ ਨਾ, ਫਿਰ ਅਸੀਂ ਗਏ ਨਹੀਂ ਫਿਰ ਘੋੜੇ ਲੈ ਕੇ, ਫਿਰ ਉਹਨਾਂ ਨੂੰ ਕਿਲੇ ਲੱਗ ਵੀ ਇਹ ਨਹੀਂ ਖਰੀਦੇ ਜਾਣੇ ਸਾਤੋਂ। ਯਾਨੀ ਕਿ ਤੁਸੀਂ ਕਹਿੰਦੇ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ? ਬਿਲਕੁਲ ਕਲੀਅਰ ਹੈ, ਬੇਅਦਬੀ ਉਹਨਾਂ ਨੇ ਕਰਾਈ ਹੈ। ਤੇ ਬਾਬਾ ਜੀ ਮੀਟਿੰਗ ਦੇ ਵਿੱਚ ਪਿੰਕੀ ਕੈਟ ਕਿਉਂ ਸ਼ਾਮਲ ਸੀ, ਕੁਝ ਪਤਾ ਤੁਹਾਨੂੰ? ਦੇਖੋ ਉਹ ਰਾਸਤਾਂ ਲੈ ਕੇ ਆਉਂਦਾ ਸੀ ਦਲ 'ਚ, ਚੰਡੀਗੜ੍ਹ ਮਿਲਿਆ ਪਹਿਲਾਂ ਸਾਨੂੰ, ਬਾਬਾ ਸਰਜੀਤ ਸਿੰਘ ਜੀ ਦੇ ਨਾਲ ਅੰਦਰ ਜੇਲ੍ਹ 'ਚ ਹੁੰਦੇ ਸੀ ਉਹ। ਤੇ ਅਸੀਂ ਦੇਖੋ ਸਾਡੇ ਕੋਲ ਉਹ ਜਦੋਂ ਵੀ ਆਇਆ ਦਲ 'ਚ ਹੀ ਆਇਆ। ਬਾਪੂ ਜੀ ਨੇ ਸਾਨੂੰ ਦੱਸਿਆ, ਕਹਿੰਦੇ ਵੀ ਅਮਨ ਸਿੰਘ ਕੋਈ ਮਿਲਣ ਆਇਆ ਤੁਹਾਨੂੰ, ਉੱਥੇ ਵੀ ਸਾਨੂੰ ਮਿਲਿਆ, ਤੇ ਫਿਰ ਲਾਇਸੈਂਸ ਵਰਗਾ ਉੱਥੇ ਵੀ ਮਿਲਿਆ। ਇਹ ਨਹੀਂ ਗੱਲ, ਪਰ ਫੋਟੋ ਤੇ ਜਿਹੜੀ ਗੱਲ ਹੈ ਸੰਸਾਰ ਨੂੰ ਕਲੀਅਰ ਕਰਨਾ ਚਾਹੀਦਾ ਵੀ ਅੰਦੋਲਨ ਨੂੰ ਖਰਾਬ ਕਰਨ ਦੀ ਵੀ ਤਿੱਤੀ ਤੇ ਨਾ ਜਾਓ। ਜੋ ਬਣਦੀ ਕਾਰਵਾਈ ਆ ਸਾਨੂੰ ਲੋਕਤੰਤਰ ਹੀ ਦੇ ਦੇ, ਵੀ ਆ ਤਿੰਨੇ ਕਾਲੇ ਕਾਨੂੰਨ ਇਹਨਾਂ ਨੂੰ ਖਤਮ ਕਰੇ, ਇਹਨਾਂ ਨੂੰ ਕੈਂਸਲ ਕਰੇ, ਪੰਜਾਬ ਇਹਨਾਂ ਨੂੰ ਸਿੰਘਾਂ ਨੂੰ ਘਰੇ ਭੇਜਣ, ਸਾਰੇ ਕਿਸਾਨਾਂ ਨੂੰ ਘਰੇ ਭੇਜਣ, ਜਾਂ ਤਾਂ ਇੱਥੇ ਆ ਜੇ, ਜਾਂ ਫਿਰ ਇਹਨਾਂ ਨੂੰ ਕਲੀਅਰ ਕਰੇ ਵੀ ਅਸੀਂ ਰੱਦ ਨਹੀਂ ਕਰਨੇ, ਜਾਂ ਇਹ ਦਿੱਲੀ ਨੂੰ ਜਾਣ। ਆ ਗੁਰੂ ਨੇ ਕੀ ਮਾੜਾ ਕਰਿਆ, ਅਸੀਂ ਕਿਸੇ ਦਾ ਕੀ ਮਾੜਾ ਕਰਿਆ? ਸਾਡੇ ਇੱਥੇ ਪੰਜਾਬ ਤੋਂ ਚੱਲੀ ਕੇਸਗੜ੍ਹ ਆ ਗਈ, ਕੇਸਗੜ੍ਹ ਤੋਂ ਉਰੇ ਆ ਗਈ ਗੱਲ, ਉਰੇ ਕਿਉਂ ਆ ਗਈ? ਇਸ ਕਰਕੇ ਆ ਗਈ, ਮੇਨ ਜੜ ਇੱਥੇ ਆ ਹੁਣ ਅੰਦੋਲਨ ਦੀ, ਇਹਨੂੰ ਪੂਰਾ ਵਰਲਡ ਵੇਖ ਰਿਹਾ। ਤੇ ਤੁਸੀਂ ਕਹਿ ਰਹੇ ਹੋ ਕਿ ਬੇਅਦਬੀ BJP ਕਰਵਾ ਰਹੀ ਹੈ, ਇਹ ਬਿਲਕੁਲ ਕਲੀਅਰ ਹੈ। ਜਦੋਂ ਅਗਲੇ ਨੇ ਸਾਨੂੰ ਪਹਿਲਾਂ ਕਲੀਅਰ ਕੀਤਾ ਵੀ ਬਾਬਾ ਜੀ ਘੋੜੇ ਲੈ ਜਾਓ, ਅਸੀਂ ਲੈ ਕੇ ਨਹੀਂ ਗਏ, ਇਹ ਨਹੀਂ ਹੈਗਾ ਗੱਲ। ਪਰ ਇਹਨਾਂ ਸਾਨੂੰ ਦੱਸ ਦਿੰਦੇ ਆ ਵੀ ਭਾਈ ਉਹਨਾਂ ਦੇ ਨਾਲ ਹੀ ਮਿਲਣ ਗਏ, ਉਹ ਤਾਂ ਸਾਰੀ ਗੱਲ ਦਾ ਉਹਨੂੰ ਵੀ ਪਤਾ ਹੀ ਆ, ਉਹ ਕਲੀਅਰ ਕਰਦੇ। ਆਪਣਾ ਪਿੰਕੀ ਨੂੰ ਵੀ ਪਤਾ ਹੀ ਆ, ਉਹ ਕਲੀਅਰ ਕਰਦੇ। ਉਹ ਦੱਸਦੇ ਵੀ ਚਿੱਠੀਆਂ ਨਹੀਂ ਦਿਖਾਈਆਂ, ਉਹਨੂੰ ਕਿਹਾ ਨਹੀਂ ਵੀ ਪੰਥ ਦੀ ਲੜਾਈ ਹੈ ਸਾਡੇ ਲਈ। ਉਹਨਾਂ ਦੇ ਨਾਲ ਤਾਂ ਕੁਝ ਪੱਤਰਕਾਰਾਂ ਨੇ ਗੱਲਬਾਤ ਕੀਤੀ ਹੈ, ਤਾਂ ਉਹਨਾਂ ਨੇ ਮੀਟਿੰਗ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਮੀਟਿੰਗ 'ਚ ਕੀ ਗੱਲਬਾਤ ਹੋਈ ਸੀ। ਦੇਖੋ ਉਹਨੂੰ ਸਾਰਾ ਪਤਾ ਹੈ, ਆਹ ਚਿੱਠੀਆਂ ਦੀ ਗੱਲ ਹੋਈ ਆ, ਉਹਨਾਂ ਨੂੰ ਕਿਹਾ ਵੀ ਰਾਸ਼ਟਰਪਤੀ ਨੇ ਸਾਨੂੰ ਕਲੀਅਰ ਕਰਿਆ, ਆਹ ਨੰਬਰਾਂ ਤੋਂ ਹੀ ਫੋਨ ਆਇਆ ਸਾਨੂੰ। ਇਸ ਕਰਕੇ ਵੀ ਸੰਸਾਰ ਆਉਣ ਵਾਲੇ ਸਮੇਂ 'ਚ ਸਾਰਾ ਕਲੀਅਰ ਹੋ ਜਾਊਗਾ ਭਾਈ, ਸਮਾਂ ਲੱਗੂਗਾ। ਹੁਣ ਇਨਕੁਆਇਰੀ ਕਰਾਂਗੇ ਸਾਰੀ, ਹੁਣ ਕਿ ਕੁੰਡਲੀ ਪ੍ਰਸ਼ਾਸਨ ਸਾਡੇ ਨਾਲ ਹੈ, ਬਾਬਾ ਬਲਵਿੰਦਰ, ਅਸੀਂ SHO ਨੂੰ ਰਿਪੋਰਟ ਲਿਖਾ ਕੇ FRI DTR ਕਟਾ ਚੁੱਕੇ ਹਾਂ। ਉਹਦੇ ਆਧਾਰ ਕਾਰਡ ਜਿੰਨਾ ਉਹਦਾ ਨਗਰ ਹੈ ਉੱਥੋਂ ਪਤਾ ਕਰਾਂਗੇ, ਹੁਣ ਉਹਦੇ ਪਿੰਡ ਦੇ ਸਰਪੰਚ ਤੋਂ ਪਤਾ ਕਰਾਂਗੇ, ਜਿਹੜੇ ਉਹਦੇ ਫੋਨ ਨੰਬਰ ਨੇ ਉਹਦਾ ਪਤਾ ਕਰਾਂਗੇ। ਹੁਣ ਅਸੀਂ ਇਸ ਨੂੰ ਆਪ ਕਲੀਅਰ ਕਰਾਂਗੇ, ਅਸੀਂ ਸੰਗਤ ਦਾ ਸਹਿਯੋਗ ਲਵਾਂਗੇ। ਹੁਣ ਪੁਲਿਸ ਨੂੰ ਨਹੀਂ ਦਿੰਦੇ, ਪੁਲਿਸ ਦਾ ਸਹਿਯੋਗ ਲਵਾਂਗੇ। ਜਿਹੜੇ ਕੁੰਡਲੀ ਦੀ ਆ ਉਹ SHO ਆ ਜਿਹੜਾ ਮੁੰਡਾ, ਉਹ ਬਹੁਤ ਵਧੀਆ ਇਨਸਾਨ ਆ। ਉਹਨੇ ਅੱਜ ਸਾਨੂੰ ਇੱਕ ਗੱਲ ਕਹੀ, ਕਹਿੰਦਾ ਬਾਬਾ ਜੀ ਮੈਨੂੰ ਨਹੀਂ ਸੀ ਪਤਾ ਵੀ ਇੰਨਾ ਹੀ ਮਸਲਾ, ਕਹਿੰਦਾ ਇੰਨਾ ਹਾਈਲਾਈਟ ਹੋਇਆ ਪਿਆ, ਕਹਿੰਦਾ ਵੀ ਕਿੱਦਾਂ। ਮੈਂ ਕਿਹਾ ਇੱਥੇ ਆ ਕੇ ਨਿਬੜੀ ਆ ਗੱਲ, ਕਹਿੰਦਾ ਤੁਹਾਡੇ ਉੱਥੇ ਇੱਦਾਂ ਹੀ ਖਿੱਚ ਕੇ ਲੈ ਜਾਂਦੇ ਆ, ਕਹਿੰਦਾ ਉਹ ਸਤਿਕਾਰ ਨਹੀਂ ਕਰਦੇ। ਮੈਂ ਕਿਹਾ ਪੈਸੇ ਦੇ ਕੇ ਖਰੀਦੇ ਆ, ਕਹਿੰਦਾ ਆਪਦਾ ਇਸ਼ਟ ਤੋਂ ਵੀ ਭੱਜ ਗਏ ਲੋਕ। ਇਹ SHO ਦਾ ਸਾਨੂੰ ਕਹਿਣਾ ਕਲੀਅਰ ਵੀ ਮੈਂ ਤੁਹਾਡਾ ਸਾਥ ਦਊਂਗਾ, ਇਹਦੀ ਇਨਕੁਆਇਰੀ ਕਰਾਂਗੇ। ਪਰ ਅਸੀਂ ਸੰਗਤ ਨੂੰ ਇੱਕ ਗੱਲ ਕਵਾਂਗੇ ਵੀ ਜਿੰਨਾ ਸਾਡੀ ਫੋਟੋ ਤੇ ਜ਼ੋਰ ਲਾਉਣੇ ਹੋ ਨਾ, ਸਾਡਾ ਉਹਨੂੰ ਫੜਨ ਤੇ ਲਾਓ ਕਾਨੂੰਨੀ ਤਰੀਕੇ ਨਾਲ। ਇਹਨਾਂ ਨੂੰ ਲੀਡਰਾਂ ਨੂੰ ਵੀ ਕਹਿੰਦੇ ਆ, ਜਿੰਨਾ ਤੁਸੀਂ ਬਦਨਾਮ ਕਰਨ ਤੇ ਲਾਉਣੇ ਹੋ ਉਹਨਾਂ ਸੰਯੋਗ ਉਹਨੂੰ ਲੱਭਣ ਤੇ ਲਾਓ ਵੀ ਉਹਨੂੰ ਭੇਜਿਆ ਕਿਹਨੇ ਆ, ਕਲੀਅਰ ਕਰੋ। ਤੇ ਉਹ ਬਾਬਾ ਜੀ ਇਹੀ ਸਵਾਲ ਜਿਹੜਾ ਉੱਠ ਰਿਹਾ ਹੈ ਕਿ ਉਸ ਦਿਨ ਜਿਸ ਦਿਨ ਜਿਹੜਾ ਮੁਲਜ਼ਮ ਸੀਗਾ ਬੇਅਦਬੀ ਕਰਦਾ ਫੜ ਲਿਆ ਸੀ ਇੱਥੇ, ਤੇ ਉਹਦੇ ਤੋਂ ਸਾਰੀ ਗੱਲਬਾਤ ਕਢਵਾਈ ਜਾ ਸਕਦੀ ਸੀ ਕਿ ਉਹਦਾ ਸੌਦਾ ਲਾਉਣ ਦੀ ਬਜਾਏ ਪਹਿਲਾਂ ਉਹਨੂੰ ਪੁੱਛਿਆ ਜਾ ਸਕਦਾ ਸੀ। ਦੇਖੋ ਕਲੀਅਰ ਹੋ ਜੂਗਾ ਸਾਰਾ, ਉਹ ਕਲੀਅਰ ਕਰ ਗਿਆ ਸਾਰੇ ਸੰਸਾਰ ਨੂੰ, ਨੈਟ ਤੇ ਕਲੀਅਰ ਕਰਕੇ ਗਿਆ। ਉਹਨੇ ਗਲਤੀ ਕੀਤੀ ਆ, ਉਹ ਮੰਨਦਾ,
ਨੈਟ ਤੇ ਪਾਈਆਂ ਨੇ ਉਹਨਾਂ ਨੇ, ਉਹ ਖੁਦ ਕਹਿ ਰਹੇ ਆ। ਪਰ ਉਹੀ ਹੈ ਨਾ, ਜਿਹੜਾ ਕਹਿ ਕੇ ਉਹਦੇ ਸਾਜ਼ਿਸ਼ ਦੇ ਪਿੱਛੇ ਕੌਣ ਸੀ ਉਹਦਾ ਹਲੇ ਤੱਕ ਪਤਾ ਨਹੀਂ ਲੱਗਿਆ, ਉਹ ਕਢਵਾ ਨਹੀਂ ਪਾਏ ਹੈਗੇ। ਤੁਸੀਂ ਉਸ ਤੋਂ ਬਾਅਦ ਕੋਈ ਪੈਰਵਾਈ ਕੀਤੀ ਇਸ ਮਸਲੇ ਦੀ ਖੁਦ ਕਿ ਬੇਅਦਬੀ ਦੀਆਂ ਸਾਜ਼ਿਸ਼ਾਂ ਦੇ ਪਿੱਛੇ ਹੈਗਾ ਕੌਣ ਹੈ? ਅਸੀਂ ਹੁਣ ਬਿਲਕੁਲ ਕਲੀਅਰ ਕਰ ਰਹੇ ਹਾਂ। ਹੁਣ ਇਹ ਆਪਣੇ ਸਿੰਘ ਤਕਰੀਬਨ ਪਰਸੋਂ ਚੱਲ ਜਾਣਗੇ ਅੰਦਰ। ਇਹ ਅੰਦਰ ਕਿੱਥੇ? ਉਹ ਹਲੇ ਰਿਮਾਂਡ ਤੇ ਚੱਲਦੇ ਨੇ ਨਾ ਸਿੰਘ। ਹਾਂ, ਜਿਹੜੇ ਸਿੰਘ ਰਿਮਾਂਡ ਤੇ ਚੱਲਦੇ ਨੇ ਉਹ ਫਿਰ ਜਿਵੇਂ ਹੁਣ ਪ੍ਰਸ਼ਾਸਨ ਆ ਨਾ, ਤੇ ਫਿਰ ਤੁਹਾਨੂੰ ਪਤਾ ਸਮਾਂ ਐਸਾ ਭਿਆਨਕ ਆ, ਫਿਰ ਕਹਿੰਦੇ ਆ ਵੀ ਇਹ ਕੌਮ ਵਾਂਗੂ ਮਾਰ ਕੇ ਟੰਗ ਦਿੰਦੇ ਆ। ਹੁਣ ਇਸ ਕਰਕੇ ਅਸੀਂ ਕਲੀਅਰ ਕਰਿਆ ਵੀ ਜਿਹੜੇ ਉਹ 19 ਜਣਿਆਂ ਦਾ ਨਾਂ ਲੈ ਕੇ ਗਿਆ ਸਾਡੇ ਕੋਲੇ, ਉਹ ਅਸੀਂ ਕੁੰਡਲੀ ਪ੍ਰਸ਼ਾਸਨ ਨੂੰ ਕਲੀਅਰ ਕਰਾਂਗੇ। ਹੁਣ ਇਹਨਾਂ ਨੂੰ ਐਪਲੀਕੇਸ਼ਨ ਦੇ ਕੇ ਮੀਡੀਆ ਨੂੰ ਸੱਦ ਕੇ ਕਲੀਅਰ ਕਰਾਂਗੇ ਵੀ ਲੈ ਵੀ ਸਾਨੂੰ ਇੰਨੇ ਦਿਨ ਦਾ ਤੁਹਾਨੂੰ ਸਮਾਂ ਦਿੱਤਾ, ਸਾਨੂੰ ਕਲੀਅਰ ਕਰੋ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸਵਾ ਮਹੀਨੇ 'ਚ ਅਸੀਂ ਕਲੀਅਰ ਕਰਾਂਗੇ। ਸਾਡੇ ਨੌਜਵਾਨ ਜਿਹੜੇ ਸਿੰਘ ਨੇ, ਗੁਰੂ ਸਾਹਿਬ ਨੂੰ ਪ੍ਰੇਮ ਕਰਨ ਵਾਲੇ ਨੇ, ਉਹ ਹੁਣ ਆਪ ਤਿਆਰ ਹੋ ਕੇ ਪਹਿਲਾਂ ਉਹਦੇ ਨਗਰ 'ਚ ਜਾਣਗੇ, ਉਹਦੇ ਸਾਰੇ ਡਾਕੂਮੈਂਟ ਕਢਾਉਣਗੇ। ਉਹਦੇ ਘਰਦਿਆਂ ਦਾ ਬਿਆਨ ਆਇਆ ਵੀ ਪਿਛਲੇ ਕੁਝ ਦਿਨਾਂ ਤੋਂ ਨਾ ਉਹ ਕਿਸੇ ਸੰਧੂ ਨਾਲ ਗੱਲ ਕਰ ਰਹੇ ਆ। ਸੰਧੂ ਨੂੰ ਦੇਖਾਂਗੇ ਵੀ ਸੰਧੂ ਕੌਣ ਆ। ਇਹ ਵੀ ਅਸੀਂ ਪਹਿਲਾਂ ਕਲੀਅਰ ਕਰਤਾ ਸੀ ਅੱਜ ਸਾਰੀ ਇੰਟਰਵਿਊ ਦੇ ਵਿੱਚ ਵੀ ਉਹ ਇਨਸਾਨ ਜਾਂ ਤਾਂ ਉਹ ਹਾਈ ਕੋਰਟ ਹੁਣ ਸਰੈਂਡਰ ਕਰ ਦੇਣ ਜਾਂ ਉਹ ਸਿੱਧੇ ਹੋ ਕੇ ਪੰਥ ਤੋਂ ਮਾਫੀ ਮੰਗ ਲੈਣ, ਜਿਹੜੇ 19 ਜਾਣੇ ਪਿੱਛੇ ਰਹਿੰਦੇ ਆ। ਇਹ ਹੁਣ ਕਾਰਵਾਈ ਕਲੀਅਰ ਹੋਊਗੀ। ਉਹ ਜਿਹੜਾ ਲਖਬੀਰ ਸਿੰਘ ਸੀ 19 ਜਣਿਆਂ ਦੇ ਨਾਮ ਪਤੇ ਦੱਸ ਕੇ ਗਿਆ ਕੁਛ ਜਾਂ ਸਿਰਫ ਗਿਣਤੀ ਦੱਸੀ ਹੈ? ਪਤਾ ਕੀ ਗੱਲ ਹੁੰਦੀ, ਉਹ ਆਪਣੇ ਨਗਰ ਦਾ ਕਹਿ ਗਿਆ। ਜਦੋਂ ਹੁਣ ਲਖਬੀਰ ਸਿੰਘ ਦਾ ਸੌਦਾ ਲੱਗ ਗਿਆ, ਉਹਨਾਂ ਨੂੰ ਵੀ ਕਲੀਅਰ ਪਤਾ ਹੈ ਵੀ ਹੁਣ ਇਹਦੀ ਕਾਰਵਾਈ ਕਰਨਗੇ। ਕਾਰਵਾਈ ਕਰਕੇ ਉਹ ਸਾਰੇ ਲੱਭੇ ਜਾਣਗੇ, ਲੱਭੇ ਜਾਣੇ ਪੁੱਤ, ਉਹ ਲੱਭੇ ਤਾਂ ਜਾਣੇ। ਹੁਣ ਅਸੀਂ ਆਪ ਖੁਦ ਕੁੰਡਲੀ ਪ੍ਰਸ਼ਾਸਨ, ਸਾਡੀ ਫੌਜ, ਅਸੀਂ ਸਾਰਿਆਂ ਦਾ ਸਹਿਯੋਗ ਮੰਗਦੇ ਹਾਂ। ਜਿੰਨੀ ਵੀ ਨੌਜਵਾਨ ਪੀੜ੍ਹੀ, ਹਰ ਇੱਕ ਇਨਸਾਨ ਦਾ ਗੁਰੂ ਸਾਹਿਬ ਦਾ ਹੈ। ਜਿਹੜਾ ਤੁਸੀਂ ਸੰਧੂ ਸਾਹਿਬ ਦੀ ਗੱਲ ਕੀਤੀ ਹੈ, ਜਦੋਂ ਲਖਬੀਰ ਸਿੰਘ ਨੂੰ ਇੱਥੇ ਦਬੋਚ ਲਿਆ ਸੀਗਾ, ਫੜਿਆ ਸੀਗਾ ਬੇਅਦਬੀ ਕਰਦੇ ਨੂੰ, ਉਦੋਂ ਕੋਈ ਸਮਾਨ ਨਹੀਂ ਮਿਲਿਆ, ਉਹਦੇ ਕੋਲੋਂ ਫੋਨ ਨਹੀਂ ਮਿਲਿਆ ਹੈਗਾ। ਫੋਨ ਉਹਦਾ ਕਿਹਦੇ ਕੋਲ ਹੈ, ਕਿੱਥੇ ਹੈ? ਤੁਸੀਂ ਕੁਝ ਇਹਦੀ ਪੈਰਵਾਈ ਕੀਤੀ ਹੈ? ਇਹ ਬਾਬਾ ਬਲਵਿੰਦਰ ਸਿੰਘ ਜੀ ਨੂੰ ਸਾਰਾ ਕਲੀਅਰ ਪਤਾ ਹੈ ਕਿ ਉਹ ਵੀ ਨਗਰ ਗਏ ਹੋਏ ਸੀ, ਅਸੀਂ ਵੀ ਨਗਰ ਗਏ ਹੋਏ ਸੀ। ਅਸੀਂ ਵੀ ਸਵੇਰੇ ਆਏ ਹਾਂ, ਅਸੀਂ ਕਰੀਬਨ 2 ਤੋਂ 2:30 ਵਜੇ ਦੇ ਵਿੱਚ ਆ ਗਏ। ਬਾਬਾ ਜੀ ਸਵੇਰੇ ਆਏ ਨੇ, ਉੱਥੇ ਮਾਸ਼ੇਸ਼ ਦੀਆਂ ਡੱਬੀਆਂ ਵੀ ਨੇ, ਰਮਾਲੇ ਵੀ ਖਿਲਰੇ ਹੋਏ ਨੇ। ਉੱਥੇ ਸਾਰਾ ਤੁਹਾਨੂੰ ਬਾਬਾ ਬਲਵਿੰਦਰ ਸਿੰਘ ਜੀ ਕਲੀਅਰ ਕਰ ਦੇਣਗੇ। ਸਰੂਪ ਇੱਥੋਂ ਜਿਹੜੀ ਸਿੰਘੂ ਵਾਲੀ ਸਟੇਜ ਹੈ, ਉਹਦੇ ਨਾਲ ਬਾਬਾ ਮੋਇਆਂ ਦੀ ਮੰਡੀਆਂ ਦਾ ਬਾਬਾ ਪ੍ਰੀਤਮ ਸਿੰਘ ਜੀ ਦਾ ਦਲ ਹੈ, ਉੱਥੇ ਸਰੂਪ ਨੇ, ਉੱਥੇ ਤੁਸੀਂ ਸਾਰਾ ਤੁਹਾਨੂੰ ਕਲੀਅਰ ਕਰ ਦੇਣਗੇ। ਅੱਛਾ, ਇੱਕ ਗੱਲ ਤੁਸੀਂ ਜ਼ਰੂਰ ਦੱਸੋ ਕਿ ਨਿਹੰਗ ਸਿੰਘ ਜਿੱਥੇ ਵੀ ਆਪਣਾ ਪੜਾਅ ਲਾਉਂਦੇ ਹੈਗੇ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਿਹੜੇ-ਕਿਹੜੇ ਸਰੂਪਾਂ ਦਾ ਪ੍ਰਕਾਸ਼ ਹੁੰਦਾ ਆ? ਆਦਿ ਦਰਬਾਰ, ਸਰਬਲੋਕ ਦਰਬਾਰ, ਦਸਮ ਦਰਬਾਰ, ਇਹ 3 ਸਰੂਪ ਹੁੰਦੇ ਆ। ਜਿਨ੍ਹਾਂ ਦੀ ਪੰਥ ਤਾਬਿਆ ਚੱਲਦਾ, ਧੌਂਸੇ ਨਗਾਰੇ ਜਿਨ੍ਹਾਂ ਦੀ ਪੰਥ ਤਾਬਿਆ ਚੱਲਦਾ, ਗੁਰੂ ਦੇ ਰਾਖੇ, ਲੋਹ ਲੰਗਰ ਜਿਨ੍ਹਾਂ ਦੀ ਪੰਥ ਤਾਬਿਆ ਚੱਲਦਾ। ਤੇ ਬਹੁਤ ਸਾਰੇ ਜਿਹੜੇ ਸਿੱਖਾਂ ਦੇ ਵਿੱਚ ਵੀ ਕੁਝ ਇਹੋ ਜਿਹੇ ਹੈਗੇ ਨੇ, ਬਹੁਤ ਸਾਰੇ ਸਿੱਖ ਆਪਾਂ ਕਹਿ ਲਈਏ ਕਿ ਇੱਕ ਵਰਗ ਹੈਗਾ ਜਿਹੜੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਦੇ ਨੇ, ਜੁਗੋ ਜੁਗਾ ਅਟਲ ਹੈਗੇ ਵੀ ਨੇ। ਪਰ ਜਿਹੜੇ ਬਾਕੀ ਗ੍ਰੰਥ ਹੈਗੇ ਨੇ ਉਹਨਾਂ ਨੂੰ ਨਹੀਂ ਮੰਨਦੇ ਹੈਗੇ। ਸਰਬਲੋਕ ਗ੍ਰੰਥ ਤੇ ਵੀ ਸਵਾਲ ਚੁੱਕੇ ਜਾਂਦੇ ਨੇ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਤੁਸੀਂ ਬਿਆਨ ਸੁਣਿਆ ਹੋਣਾ, ਉਹਨਾਂ ਨੇ ਕਾਫੀ ਵੱਡੇ ਸਵਾਲ ਚੁੱਕੇ ਨੇ ਤੇ ਉਹ ਤਾਂ ਬੇਅਦਬੀ ਦਾ ਸਬੂਤ ਵੀ ਮੰਗ ਰਹੇ ਨੇ। ਕੁਝ ਕਹਿਣਾ ਚਾਹੁੰਦੇ ਉਹਨਾਂ ਨੂੰ? ਅਸੀਂ ਉਹਨਾਂ ਨੂੰ ਸਵਾਲ ਕਰਿਆ ਸੀ, ਬਚਨਾਂ ਦੇ ਖੜੋ, ਬਚਨਾਂ ਦੇ ਖੜੋ, ਜਿਹੜਾ ਕਰਿਆ ਸੀ ਤੁਹਾਨੂੰ। ਜਿੱਦਾਂ ਬਚਨ ਤੇ ਖੜ ਗਿਆ ਤੈਨੂੰ ਕਲੀਅਰ ਕਰ ਦਾਂਗੇ। ਪਹਿਲਾਂ ਬਚਨ ਤੇ ਖੜ। ਨਿੰਗਾ ਸਿੰਘਾਂ ਨੂੰ ਜਾਣੇ ਖੜੇ ਨੂੰ ਤੂੰ ਮਾੜਾ ਕਹਿ ਦੇਣਾ, ਕਦੇ ਕਹਿਣਾ ਨਿੰਗ ਸਿੰਘ ਬੱਕਰੇ ਖਾਂਦੇ ਆ, ਕਦੇ ਨਿੰਗ ਸਿੰਘ ਕਹਿਣਾ ਆਰਤੀ ਆਰਤਾ ਕਰਦੇ ਆ। ਜਿਹਦੀ ਜਿੰਨੀ ਸ਼ਰਧਾ ਹੈਗੀ ਉਹਦੀ ਹੈਗੀ ਆ। ਤੇਰੀ ਆਦ ਦਰਬਾਰ ਤੇ ਹੀ 2015 ਤੋਂ ਲੈ ਕੇ ਸੀ ਹੁਣ ਤੱਕ, ਦੱਸੋ ਤੁਸੀਂ ਕੀ ਕੀਤਾ? ਇੱਕ ਐਪਲੀਕੇਸ਼ਨ ਦਿਖਾ ਦਿਓ ਰਾਸ਼ਟਰਪਤੀ ਨੂੰ ਪਾਈ ਹੋਵੇ, ਤੁਸੀਂ ਕਾਰਵਾਈ ਕੀਤੀ ਹੋਵੇ। ਗੁਰੂ ਤੋਂ ਲੈਣਾ ਕੀ ਆ? ਤੋਰੀ ਫੁਲਕਾ ਜੇ ਚੱਲਦਾ ਚਲਾਈ ਚਲੋ, ਪਰ ਨਿੰਗਾ ਸਿੰਘਾਂ ਨੂੰ ਮਾੜਾ ਨਾ ਆਖੋ। 2015 ਤੋਂ ਲੈ ਕੇ ਸਾਰਾ ਹੁਣ ਤੱਕ ਸਾਧੂ ਸਮਾਜ ਇਹਨਾਂ ਕੋਲ ਹੀ ਸੀ। ਇਸ ਕਰਕੇ ਵੀ ਇੱਦਾਂ ਨਹੀਂ, ਸਾਰਾ ਕਲੀਅਰ ਕਰਾਂਗੇ। ਬਚਨ ਤੇ ਖੜੋ ਬੜਾ। ਤੇ ਇੱਕ ਬਾਬਾ ਜੀ ਇਹ ਵੀ ਜਿਹੜੀ ਗੱਲ ਉੱਠ ਰਹੀ ਹੈ, ਬਹੁਤ ਸਾਰੇ ਲੋਕ ਮੰਗ ਵੀ ਕਰ ਰਹੇ ਨੇ ਕਿ ਲਖਬੀਰ ਸਿੰਘ ਜਿਸ ਦਾ ਸੌਦਾ ਲਾਇਆ ਗਿਆ ਹੈਗਾ ਤੇ ਉਸ ਦਾ ਪਰਿਵਾਰ ਹੈ ਜਿਹੜਾ ਬਹੁਤ ਗਰੀਬ ਪਰਿਵਾਰ ਹੈ, ਕਿ ਪਰਿਵਾਰ ਦਾ ਕੀ ਦੋਸ਼ ਹੈਗਾ? ਕਿ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਹੈਗੀਆਂ ਨੇ ਜਾਂ ਤੁਹਾਡੇ ਵੱਲੋਂ ਉਸ ਪਰਿਵਾਰ ਦੀ ਕੋਈ ਸਹਾਇਤਾ ਕੀਤੀ ਜਾਏਗੀ? ਕਿਉਂਕਿ ਆਪਾਂ ਜਿਵੇਂ ਦੇਖਦੇ ਹਾਂ, ਇਤਿਹਾਸ ਦੇਖਦੇ ਹਾਂ ਜਾਂ ਰਵਾਇਤਾਂ ਦੇਖਦੇ ਹਾਂ ਕਿ ਗੁਰੂ ਦਾ ਖਾਲਸਾ ਤਾਂ ਸਭ ਦੇ ਲਈ ਹੁੰਦਾ, ਮਜ਼ਲੂਮਾਂ ਦੇ ਲਈ ਸਭ ਤੋਂ ਪਹਿਲਾਂ ਹੁੰਦਾ। ਉਹਨਾਂ ਦੇ ਲਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਦੇਖੋ, ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਇਹ ਜਦ ਉਸਨੇ ਦੇਖਣਾ ਸੀ ਮੇਰੀਆਂ 3 ਬੱਚੀਆਂ ਨੇ, ਜਦੋਂ ਉਹ ਬੇਅਦਬੀ ਕਰਨ ਆਇਆ ਸੀ। ਹੁਣ ਉਹਨੂੰ ਸੌਦਾ ਲੱਗ ਚੁੱਕਿਆ ਤੇ ਹੁਣ ਜਿਹੜਾ ਪਿੱਛੇ ਪਰਿਵਾਰ ਆ, ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ। ਉਹ ਸੰਸਾਰ ਕਲੀਅਰ ਕਰੇ, ਜਿਵੇਂ ਵੀ ਸਾਰਾ ਸੰਸਾਰ ਕਰੂਗਾ ਅਸੀਂ ਸੰਸਾਰ ਦੇ ਨਾਲ ਹੋਵਾਂਗੇ।
ਸੰਸਾਰ ਤੋਂ ਬਾਹਰ ਨਹੀਂ ਹੋ ਸਕਦੇ, ਸੰਗਤ ਤੋਂ ਬਾਹਰ ਨਹੀਂ ਹੋ ਸਕਦੇ, ਇਹ ਸੰਸਾਰ ਕਲੀਅਰ ਕਰ ਲੇ। ਪਰ ਉਹਨਾਂ ਦਾ ਉਹ ਕਹਿ ਰਹੇ ਨੇ ਵੀ ਪਤਾ ਨਹੀਂ 2 ਬੱਚੇ 3 ਬੱਚੇ ਆ ਉਹਦੇ ਪਿੱਛੇ, ਉਹ ਇੰਨਾ ਨਹੀਂ ਸਾਨੂੰ ਪਤਾ। ਕਿਉਂ ਅਸੀਂ ਸਿੰਘ ਜਦੋਂ ਅੰਦਰ ਚੱਲ ਗਏ, ਜੇਲ੍ਹ ਚੱਲ ਗਏ, ਹਲੇ ਰਿਮਾਂਡ ਤੇ ਚੱਲ ਰਹੇ ਨੇ ਹਲੇ, ਉਹਦੇ ਕਰਕੇ ਉਸ ਤੋਂ ਬਾਅਦ ਉਹਦੇ ਨਗਰ ਜਾਵਾਂਗੇ, ਉਹ ਪਰਿਵਾਰ ਨੂੰ ਮਿਲਣਾ ਜਾ ਕੇ, ਉਹ ਪ੍ਰੂਫ ਵਿਦ ਸਾਰੇ ਜਿੰਨੇ ਵੀ ਹੈਗੇ ਆ, ਜਿਹੜੇ ਉਹਦੇ ਕੋਲੇ ਨੰਬਰ ਚੱਲਦੇ ਆ, ਉਹ ਸਾਰੇ ਉਹ ਤੋਂ ਲਏ ਜਾਣਗੇ। ਹੁਣ ਫੌਜ ਨੂੰ ਨਾਲ ਲੈ ਕੇ ਜਾਵਾਂਗੇ, ਮੀਡੀਆ ਨੂੰ ਨਾਲ ਲੈ ਕੇ ਜਾਵਾਂਗੇ, ਸਾਰਾ ਸੰਸਾਰ ਨੂੰ ਹੌਲੀ ਹੌਲੀ ਕਲੀਅਰ ਕਰ ਦਾਂਗੇ। ਕਿਉਂਕਿ ਕਈ ਵਾਰੀ ਇਹ ਹੁੰਦਾ ਹੈ ਕਿ ਉੱਥੇ ਦਾ ਵੀ ਸਾਥ ਨਾਲ ਹੈ। ਜਿਹੜਾ ਕੁੰਡਲੀ ਪੁਲਿਸ ਪ੍ਰਸ਼ਾਸਨ ਆ ਨਾ, ਉਹ SHO ਨੇ ਸਾਡੇ ਨਾਲ ਵਚਨ ਕਰਿਆ, ਕਹਿੰਦਾ ਬਾਬਾ ਜੀ ਇਹ ਮੈਂ ਤੁਹਾਨੂੰ ਥੋੜੇ ਟਾਈਮ 'ਚ ਸਾਰਾ ਕਲੀਅਰ ਕਰ ਦੂੰਗਾ। ਕਹਿੰਦਾ ਕੋਈ ਮਰ ਜਾਵੇ ਸਾਰਾ ਕਲੀਅਰ ਕਰ ਦੂੰਗਾ, ਕਹਿੰਦਾ ਮੇਰੀ ਜ਼ਿੰਮੇਵਾਰੀ ਹੈ। ਯਾਨੀ ਕਿ ਹੁਣ ਤੁਸੀਂ ਪੁਲਿਸ ਦੀ ਜਾਂਚ ਤੇ ਭਰੋਸਾ ਕਰੋਗੇ, ਆਪਣੀ ਜਾਂਚ ਹੈ ਜਿਹੜੀ ਨਾਲ ਉਹ ਵੀ ਕਰੋਗੇ ਕਿ ਨਹੀਂ ਕਰੋਗੇ? ਨਹੀਂ ਬਿਲਕੁਲ, ਅਸੀਂ ਤਾਂ ਆਪਣੀ ਜਿਹੜੀ ਤੰਦਰੁਸਤੀ ਉਹ ਤਾਂ ਹੀ ਕਰਨੀ ਆ। ਕਿਉਂ ਲੜਾਈ ਹੁਣ ਕਲਮ ਦੀ ਰਹਿ ਗਈ, ਹਥਿਆਰ ਦੀ ਨਹੀਂ ਰਹੀ। ਹਥਿਆਰ ਦੀ ਜਦੋਂ ਬਣਾਉਂਦੇ, ਜਦੋਂ ਕਿਸੇ ਦੇ ਘਰੇ ਕੋਈ ਆ ਕੇ ਵੜ ਜੇ, ਫਿਰ ਉਹਨੂੰ ਹਿੰਸਾ ਨਹੀਂ ਕਹੀਦੀ ਹੁੰਦੀ। ਅਸੀਂ ਉਹਨੂੰ ਪੂਰਾ ਸਰੂਪ ਮੰਨਦੇ ਆ। ਜਦੋਂ ਸਵੇਰੇ ਮਹਾਰਾਜ ਨੂੰ ਪ੍ਰਕਾਸ਼ ਕਰਦੇ ਆ, ਹੁਕਮਨਾਮੇ ਗੁਰੂ ਦੇ ਆਉਂਦੇ ਆ ਨਾ, ਗੁਰੂ ਬੋਲਦੇ ਆ ਨਾ। ਇਹਨਾਂ ਤਾਂ ਸੰਸਾਰ ਨੂੰ ਪਤਾ ਵੀ ਗੁਰੂ ਸਵੇਰੇ ਹੁਕਮਨਾਮੇ ਸਾਨੂੰ ਗੁਰੂ ਸਰਵਣ ਕਰਾਉਂਦੇ ਆ, ਤਾਂ ਗੁਰੂ ਬੋਲਦੇ ਆ ਨਾ, ਤਾਂ ਬੋਲੇ ਹੋਏ ਤੇ ਮਾਰਗ ਵੀ ਕਰਨਾ ਪਊਗਾ। ਕਿਸਾਨ ਲੀਡਰਾਂ ਦੇ ਨਾਲ ਜੇ ਤਾਲਮੇਲ ਦੀ ਗੱਲ ਕਰ ਲਈਏ, ਕਿਸਾਨ ਲੀਡਰ ਵੀ ਇੱਥੇ ਹੀ ਮੋਰਚੇ ਦੇ ਵਿੱਚ ਮੌਜੂਦ ਰਹਿੰਦੇ ਨੇ, ਜਿਵੇਂ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ ਹੁਣ, ਕਿਉਂਕਿ ਲੰਬਾ ਇੰਨਾ ਹੋ ਗਿਆ, ਤੇ ਉਸੇ ਤਰ੍ਹਾਂ ਉਹਨਾਂ ਦਾ ਵੀ ਰਹਿੰਦਾ, ਡਿਊਟੀਆਂ ਵੱਖ-ਵੱਖ ਥਾਂ ਤੇ ਲੱਗਦੀਆਂ ਨੇ। ਕਦੇ ਆਪਸ ਦੇ ਵਿੱਚ ਸੰਵਾਦ ਹੁੰਦਾ ਹੈ, ਗੱਲਬਾਤ ਹੁੰਦੀ ਹੈ, ਤਾਲਮੇਲ ਕਿਹੋ ਜਿਹਾ ਨਿਹੰਗ ਸਿੰਘਾਂ ਦਾ ਤੇ ਕਿਸਾਨ ਲੀਡਰਾਂ ਦਾ ਤੇ ਆਮ ਕਿਸਾਨ ਜਿਹੜੇ ਮੋਰਚੇ 'ਚ ਬੈਠੇ ਨੇ? ਦੇਖੋ ਅਸੀਂ ਉਹਨਾਂ ਨੂੰ ਮਿਲੇ ਨਹੀਂ, ਪਹਿਲੀ ਗੱਲ ਤਾਂ ਅੱਜ ਤੱਕ ਕਦੇ ਵੀ ਨਹੀਂ। ਜਿਹੜਾ ਬਜ਼ੁਰਗ ਡੱਲੇ ਵਾਲਾ ਹੋਤੀ, ਦੇਖੋ ਹਾਂ ਉਹ ਆਏ ਸੀ, ਇੱਕ ਵਾਰ ਸਰਸਾ ਆਇਆ ਸੀ ਸਾਡੇ ਕੋਲੇ, ਹੋਰ ਕਦੇ ਸਾਨੂੰ ਮਿਲਣ ਨਹੀਂ ਆਇਆ ਕੋਈ, ਉਹ ਨਹੀਂ ਕਦੇ ਆਏ ਸਾਡੇ। ਉਹਨਾਂ ਨਾਲ ਕੀ ਗੱਲਬਾਤ ਹੋਈ ਸੀ? ਅਸੀਂ ਉਹਨਾਂ ਨੂੰ ਇਹੀ ਕਿ ਉਹਨਾਂ ਨਾਲ ਸਾਡੀ ਕਦੇ ਕੋਈ ਗੱਲਬਾਤ, ਉਹਨਾਂ ਨੇ ਕਦੇ ਸਾਨੂੰ ਪੁੱਛਿਆ ਹੀ ਨਹੀਂ। ਉਹਨਾਂ ਨੇ ਕਹਿਤਾ ਜ਼ਰੂਰ ਵੀ ਆਪਣੇ ਨਿਸ਼ਾਨ ਲੈ ਜਾਓ ਇੱਥੋਂ, ਇਹ ਲਾਲ ਕਿਲੇ ਚੱਲ ਗਏ ਬਿਨਾਂ ਪੁੱਛ ਕੇ। ਆਹ ਗੱਲਾਂ ਤੇ ਬਰੇਹਮਾ ਚੱਲਦਾ ਸੀ ਪਹਿਲੇ ਦਿਨ ਤੇ ਨਹੀਂ ਇਹ ਚੰਗਾ ਸਮਝਦੇ ਸਾਨੂੰ। ਪਰ ਅਸੀਂ ਕਹਿੰਦੇ ਹਾਂ ਸੰਸਾਰ ਨੂੰ ਵੀ ਉਰੇ ਸਾਡਾ ਕੋਈ ਲਾਲਚ ਨਹੀਂ ਜਾਂ ਕੋਈ ਪ੍ਰੀਤੀ ਨਹੀਂ ਹੈਗਾ। ਜੇ ਬੈਠੇ ਹਾਂ, ਜਿਸ ਦਿਨ ਸੰਸਾਰ ਨੇ ਕਹਿਤਾ ਨਾ ਕਿ ਤੁਸੀਂ ਇੱਥੋਂ ਚੱਲ ਜਾਓ, ਅਸੀਂ ਚੱਲ ਜਾਵਾਂਗੇ। ਪਰ ਸੰਸਾਰ ਸੰਗਤ ਕਲੀਅਰ ਕਰੇ। ਪਰ ਕੱਲ ਨੂੰ ਸਾਡਾ ਇਤਿਹਾਸ ਨਹੀਂ ਹੈਗਾ ਵੀ ਅਸੀਂ ਇਹਨੂੰ ਮੈਦਾਨ ਨੂੰ ਛੱਡ ਕੇ ਚੱਲ ਜਾਵਾਂਗੇ। ਇਹ ਮੈਦਾਨ ਆ ਜਿਹੜਾ ਇਤਿਹਾਸ ਦਾ ਹੋਣਾ, ਇਤਿਹਾਸ ਰਚਿਆ ਜਾ ਰਿਹਾ। ਜ਼ਮੀਨਾਂ ਤਾਂ ਕੀ ਲੱਗਦਾ ਤੁਹਾਨੂੰ ਵੀ ਕਿਉਂ ਨਹੀਂ ਤੁਹਾਨੂੰ ਪਸੰਦ ਕਰਦੇ? ਕੀ ਇੱਥੇ ਕੁਝ ਇਹੋ ਜਿਹਾ ਕੀਤਾ ਜਾਂਦਾ ਜਿਹਦੇ ਕਰਕੇ ਪਸੰਦ ਨਹੀਂ ਕਰਦੇ? ਪਸੰਦ ਇਸ ਕਰਕੇ ਨਹੀਂ ਕਰਦੇ ਭਾਈ, ਅਸੀਂ ਚਾਹੁੰਦੇ ਹਾਂ ਵੀ ਇੱਧਰ ਨੂੰ ਜਾਓ। ਸਾਨੂੰ ਮਿਲਿਆ ਕੀ ਹੈ, 10.5 ਮਹੀਨੇ ਹੋ ਗਏ ਸੀ ਅੰਦੋਲਨ ਕਰਦੇ ਨੂੰ, ਕਿੰਨੀਆਂ ਜਾਨਾਂ ਗਵਾ ਲਈਆਂ। ਜੇ 1000 ਬੰਦਾ ਕਹਿੰਦੇ ਆਪਾਂ, ਤਾਂ 1 ਮਹੀਨੇ 'ਚ ਦੇਖ ਲਓ ਤੁਸੀਂ ਕਿੰਨੇ ਮਰਦੇ ਆ। ਕਿਉਂ ਨਾ ਇੱਕ ਦਿਨ ਹੀ ਸਾਰੇ ਇਕੱਠੇ ਹੋ ਕੇ ਪੁੱਛ ਲਓ, ਜ਼ਰੂਰੀ 1 ਮਹੀਨੇ 'ਚ ਐਵਰੇਜ ਕੱਢ ਲਓ। 10.5 ਮਹੀਨੇ ਅੰਦੋਲਨ ਨੂੰ ਹੋਇਆ ਹੈ, 10.5 ਮਹੀਨੇ ਅੰਦੋਲਨ ਨੂੰ ਹੋਏ ਨੇ, ਬੰਦਾ 1000 ਮਰ ਗਿਆ। 1000 ਕਹਿੰਦੇ ਆ, 750 ਕਹਿੰਦਾ, ਚਲੋ 750 ਲਾ ਲਓ, ਐਵਰੇਜ ਤਾਂ ਕੱਢੋ। ਦੱਸੋ ਤਾਂ ਅਸੀਂ ਕਿਹੜਾ ਕਿਵੇਂ ਹੋ ਰਿਹਾ? ਨਜਾਇਜ਼ ਹੀ ਮਾਰ ਰਹੇ ਨੇ। ਉਹ ਕਾਨੂੰਨ ਨਹੀਂ ਹੈਗਾ ਜਦੋਂ ਗੱਡੀ ਚੜਾ ਦਿੰਦੇ ਆ। ਇਹਨਾਂ ਨੂੰ ਇਹੀ ਕਿਹਾ ਵੀ ਜੇ ਇਕੱਠੇ ਹੋਵੋਗੇ ਏਕਤਾ ਹੋ ਜੂਗੀ। ਅੱਜ ਤੱਕ ਨਹੀਂ ਅਸੀਂ ਇਹਨਾਂ ਨੂੰ ਮਾੜਾ ਕਹਿੰਦੇ, ਪਰ ਗੱਲ ਆ ਵੀ ਏਕਤਾ ਇਕੱਠੀ ਹੋਊਗੀ। ਜੇ ਕਿਸੇ ਨੂੰ ਮਾੜਾ ਕਹਿਣਾ ਤਾਂ ਪਹਿਲਾਂ ਉਹਨੂੰ ਜਾ ਕੇ ਪੁੱਛੋ ਵੀ ਭਾਈ ਆਹ ਵਚਨ ਤੁਸੀਂ ਕਰੇ ਨੇ, ਅਸੀਂ ਉਹਨਾਂ ਨੂੰ ਜਵਾਬ ਦੇਵਾਂਗੇ। ਉਦੋਂ ਬਾਅਦ ਭਾਵੇਂ ਸਾਰੇ ਸੰਸਾਰ ਨੂੰ ਦੱਸ ਦੇਣ। ਤੁਸੀਂ ਉਹਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਧਰ ਨੂੰ ਜਾਈਏ, ਉਧਰ ਮਤਲਬ ਦਿੱਲੀ ਨੂੰ, ਪਰ ਦਿੱਲੀ ਜਾਣ ਵਾਲੇ ਰਾਹ 'ਚ ਤਾਂ ਬਹੁਤ ਵੱਡੀਆਂ ਰੋਕਾਂ ਲਾਈਆਂ ਪਈਆਂ ਨੇ ਨਾ, ਤੇ ਉਹ ਤਾਂ ਫਿਰ ਜੇ ਜਾਓਗੇ ਤਾਂ ਕੰਮ ਖਰਾਬ ਹੀ ਹੋਣਾ। ਪਹਿਲਾਂ ਕਲੀਅਰ ਕਰੋ, ਰੋਕਾਂ ਨਹੀਂ ਰਹਿੰਦੀਆਂ ਹੁੰਦੀਆਂ, ਰੋਕਾਂ ਉੱਡ ਜਾਂਦੀਆਂ ਨੇ, ਪਹਿਲਾਂ ਉੱਡੀਆਂ ਨਹੀਂ। ਇਹੀ ਸੰਗਤ ਹੀ ਸੱਚੀ ਸੀ ਉਦੋਂ। ਹੁਣ ਕੀ ਹੋ ਗਿਆ, ਮਤਭੇਦ ਹੋ ਗਏ, ਥੋੜੇ ਰਹਿ ਗਏ, ਆਪਸ ਵਿੱਚ ਭਿੜ ਗਏ। ਕੁਛ ਲੀਡਰਾਂ ਦੇ ਪਿੱਛੇ ਚੱਲ ਗਏ, ਕੁਛ ਫੋਟੋਆਂ ਦੇ ਪਿੱਛੇ ਚੱਲ ਗਏ। ਉਹਨੂੰ ਮੁੰਡਾ ਦੀਪ ਸੀ, ਉਹਦੀਆਂ ਫੋਟੋਆਂ ਪਾਈਆਂ ਨਹੀਂ, ਪਾੜ ਲਏ, ਥੋੜੇ ਕੱਢ ਲਏ। ਬਿਰਲੇ ਨੇ ਜਿਹੜੇ ਬਚਣਗੇ ਉਹ ਤਾਂ ਦਿੱਲੀ ਨੂੰ ਜਾਣਗੇ। ਜਿਹੜੇ ਵਿਕ ਜਾਣਗੇ ਉਹ ਘਰਾਂ ਨੂੰ ਚੱਲ ਜਾਣਗੇ। ਪਰ ਲੜਾਈ ਸੱਚ ਦੀ ਹੈ। ਤੇ ਜਿਹੜੇ ਆਮ ਤੁਸੀਂ ਕਿਹਾ ਵੀ ਕਿਸਾਨ ਲੀਡਰ ਨਹੀਂ ਤੁਹਾਨੂੰ ਪਸੰਦ ਕਰਦੇ, ਪਰ ਜਿਹੜੇ ਇੱਥੇ ਬਾਕੀ ਕਿਸਾਨ ਜਿਹੜੇ ਮੋਰਚੇ ਦੇ ਵਿੱਚ ਬੈਠੇ ਨੇ, ਉਹਨਾਂ ਨਾਲ ਤਾਂ ਤੁਹਾਡਾ ਤਾਲਮੇਲ ਹੁੰਦਾ ਹੋਏਗਾ, ਗੱਲਬਾਤ ਹੁੰਦੀ ਹੈ, ਉਹਨਾਂ ਨਾਲ ਕਿਸ ਤਰੀਕੇ ਦਾ ਹੈਗਾ ਤਾਲਮੇਲ? ਸਾਰੇ ਆਉਂਦੇ ਆ, ਬੜਾ ਪ੍ਰੇਮ ਕਰਦੇ ਆ। ਉਹਨਾਂ ਨੂੰ ਪੁੱਛੀਦਾ ਵੀ ਹੁਣ ਕਦੋਂ ਤਿਆਰੀ ਕਰੋਗੇ? ਉਹ ਕਹਿੰਦੇ ਬਾਬਾ ਜੀ ਸਾਨੂੰ ਪਤਾ ਹੀ ਕੁਛ ਨਹੀਂ। ਜਦੋਂ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਲੀਡਰ ਕਰ ਕੀ ਰਹੇ ਨੇ, ਤਾਂ ਕੀ ਬਣੂਗਾ ਅੰਦੋਲਨ ਦਾ? ਪਰ ਉਹੀ ਹੈ ਨਾ ਕਿ ਕਿਸਾਨ ਤਾਂ ਇਹ ਲੈ ਕੇ ਚੱਲੇ ਨੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਇਹ ਜੰਗ ਹੈ ਜਿਹੜੀ ਉਹ ਜਿੱਤਣੀ ਹੈ, ਇਹ ਲੜਾਈ ਹੈ ਜਿਹੜੀ ਸਰ ਕਰਨੀ ਹੈ।
ਅਸੀਂ ਕਿਹੜਾ ਉਹਨਾਂ ਨੂੰ ਬੁਲਾ ਕੇ ਲੈ ਕੇ ਆਏ ਵੀ ਉਰੇ ਆ ਕੇ ਬੇਅਦਬੀ ਕਰ ਜੋ, ਇਹਨੂੰ ਭੰਗ ਕਰ ਜੋ। ਇਹ ਨਹੀਂ ਹੁੰਦਾ ਪੁੱਤ, ਇਹ ਸਾਰੀਆਂ ਚਾਲਾਂ ਨੇ। ਕਹਿਣਾ ਕੁਛ ਆ ਤੇ ਕਮਾਉਣਾ ਕੁਛ ਹੋਰ ਆ। ਸੱਚ ਤੇ ਚੱਲੇ ਹੋ ਤਾਂ ਗੱਲ ਕਰੋ ਕਲੀਅਰ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਚਾਲਾਂ ਨੇ ਤੇ ਉਹ ਹੁਣ ਦੁਬਾਰਾ ਉਹੀ ਜੀ ਚੀਜ਼ ਕੁਝ ਨਾ ਵਾਪਰੇ, ਉਹਦੇ ਲਈ ਕੁਝ ਤਿਆਰੀ ਇੱਥੇ ਤੁਸੀਂ ਕੁਝ ਖਾਸ ਪ੍ਰਬੰਧ ਕੀਤਾ ਹੈਗਾ? ਕਿਉਂਕਿ ਅਣਗਹਿਲੀ ਤਾਂ ਕਿਤੇ ਨਾ ਕਿਤੇ ਰਹੀ ਹੈ ਨਾ, ਜੇ ਬੇਅਦਬੀ ਹੋਈ ਹੈ ਮਤਲਬ ਕਿ ਉੱਥੇ ਕੋਈ ਨਹੀਂ ਸੀ ਮੌਜੂਦ ਜਿੱਥੇ ਗੁਰੂ ਸਾਹਿਬ ਦੀ ਜਿਹੜਾ ਗ੍ਰੰਥ ਸੁਸ਼ੋਭਿਤ ਸੀਗੇ, ਤਾਂ ਹੀ ਬੇਅਦਬੀ ਨੂੰ ਅੰਜਾਮ ਦਿੱਤਾ ਗਿਆ ਹੈ। ਕਿਤੇ ਨਾ ਕਿਤੇ ਅਣਗਹਿਲੀ ਹੈ। ਹੁਣ ਪ੍ਰਬੰਧ ਕੁਝ ਸਖਤ ਕੀਤੇ ਨੇ ਤੁਸੀਂ? ਦੇਖੋ, ਭਾਵੇਂ ਬੇਅਦਬੀ ਇੱਥੋਂ 1 ਕਿਲੋਮੀਟਰ ਪਿੱਛੇ ਹੋਈ ਹੈ ਕਿ ਉਰੇ ਵੀ ਆਦਿ ਦਰਬਾਰ, ਸਰਬਲੋ ਦਰਬਾਰ, ਦਸਮ ਦਰਬਾਰ ਪ੍ਰਕਾਸ਼ ਨੇ। ਉਰੇ ਸਾਡੀ ਸਾਰੀ ਫੌਜ ਦਾ ਪਹਿਰਾ, ਬਾਬਾ ਜੀ ਹਜੂਰ ਸਾਹਿਬ ਗਏ ਨੇ। ਉਧਰ ਬਾਬਾ ਬਲਵਿੰਦਰ ਸਿੰਘ ਜੀ ਦਾ ਪਹਿਰਾ, ਤੇ ਉਹਨਾਂ ਦਾ ਪਹਿਰਾ ਉਹਨਾਂ ਨੂੰ ਪਤਾ ਵੀ ਉੱਥੇ ਕਿੰਨੇ ਜਾਣੇ ਸੀ। ਉਦੋਂ ਅਸੀਂ ਮੌਕੇ ਤੇ ਹੈ ਨਹੀਂ ਸੀ। ਇੱਕ ਆਖਰੀ ਸਵਾਲ ਬਾਬਾ ਜੀ ਮੈਂ ਪੁੱਛੂੰਗੀ, ਉਸੇ ਮੀਟਿੰਗ ਨੂੰ ਲੈ ਕੇ ਜਿਹੜੀ ਨਰਿੰਦਰ ਤੋਮਰ ਦੇ ਨਾਲ ਹੋਈ ਹੈ, ਜੁਲਾਈ 'ਚ ਮੀਟਿੰਗ ਹੋਈ ਹੈ, ਹੁਣ ਉਹਦੀਆਂ ਤਸਵੀਰਾਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲ ਕੋਈ ਤਸਵੀਰ ਨਹੀਂ, ਉਹ ਕੱਢ ਰਹੇ ਨੇ, ਤੇ ਤੁਹਾਨੂੰ ਜੇ ਪੇਸ਼ਕਸ਼ ਕੀਤੀ ਗਈ ਸੀ, ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ, ਤੁਸੀਂ ਉਸ ਵਕਤ ਉਹ ਗੱਲ ਬਾਹਰ ਕਿਉਂ ਨਹੀਂ ਕੱਢੀ? ਅਸੀਂ ਤਾਂ ਆਪਣੇ ਹਿਸਾਬ ਨਾਲ ਚੱਲਣਾ, ਅਸੀਂ ਕਾਨੂੰਨ ਨਾਲ ਚੱਲਣਾ, ਠੀਕ ਆ ਨਾ। ਸਾਡਾ ਆਪਣਾ ਕਾਨੂੰਨ ਹੈ, ਅਸੀਂ ਆਪਣੇ ਨਾਲ ਚੱਲਣਾ। ਕੀ ਉਹ ਗੁਪਤ ਮੀਟਿੰਗ ਸੀਗੀ? ਗੁਪਤ ਕਿਉਂ ਗਈ? ਅਸੀਂ ਕਲੀਅਰ ਕਰੀ ਬੈਠੇ ਭਾਈ, ਅਸੀਂ ਇਹਨਾਂ ਨੂੰ ਮਿਲਣਾ। ਰਾਸ਼ਟਰਪਤੀ, ਮੰਤਰੀ ਸੰਤਰੀ ਸਾਰੇ ਇਹਨਾਂ ਦੇ ਨੇ। ਸਾਨੂੰ ਕੀ ਪਤਾ ਹੁਣ ਵੀ ਜਿਹੜੇ ਮੰਤਰੀ ਸੰਤਰੀ ਨੂੰ ਅਸੀਂ ਐਪਲੀਕੇਸ਼ਨਾਂ ਲਾਈ ਖੜੇ ਆ, ਉਹ ਵੀ ਇਹਨਾਂ ਦੇ ਹੋਏ ਪਏ ਨੇ। ਇਹ ਤਾਂ ਹੁਣ ਸਮਾਂ ਦੱਸੂਗਾ ਵੀ ਕਿਹੜੇ ਕਿਹੜੇ ਚੋਰ ਨੇ, ਕਿਹੜੇ ਕਿਹੜੇ ਇਮਾਨਦਾਰ ਅਫਸਰ ਕੁਰਸੀਆਂ ਦੇ ਸੱਚੇ ਨੇ, ਕਿਹੜੇ ਕਿਹੜੇ ਝੂਠੇ ਨੇ। ਸਾਰਿਆਂ ਦਾ ਪਤਾ ਲੱਗੂਗਾ, ਹੌਲੀ ਹੌਲੀ ਪਤਾ ਲੱਗੂਗਾ। ਦੇਖੋ, ਸਾਰੇ ਬੰਦੇ ਇੱਕੋ ਜਿਹੇ ਨਹੀਂ ਹੋਣਗੇ ਕਦੇ ਵੀ, ਦੇਖ ਲਿਓ ਤੁਸੀਂ। ਸੱਚ ਦੇ ਵੀ ਹੈਗੇ ਆ, ਪਰ ਅਸੀਂ ਇਹਨਾਂ ਸੰਸਾਰ ਨੂੰ ਕਲੀਅਰ ਕਰਨਾ ਚਾਹੁੰਦੇ ਆ ਵੀ ਗੁਰੂ ਨੂੰ ਲੈ ਕੇ ਰਾਜਨੀਤੀ ਨਾ ਕਰੋ, ਬਾਣੇ ਨੂੰ ਲੈ ਕੇ ਰਾਜਨੀਤੀ ਨਾ ਕਰੋ, ਕਿਸਾਨ ਅੰਦੋਲਨ ਨੂੰ ਲੈ ਕੇ ਰਾਜਨੀਤੀ ਨਾ ਕਰੋ। ਜੇ ਰਾਜਨੀਤੀ ਕਰਨੀ ਆ, ਮੰਦਰਾਂ ਮਸੀਤਾਂ ਤੋਂ ਦੂਰ ਹੋ ਕੇ ਕਰੋ। ਪਬਲਿਕ ਦਾ ਨੁਕਸਾਨ ਹੈ ਇਸ ਚੀਜ਼ ਦੇ ਵਿੱਚ। ਤੇ ਇੱਕ ਹੋਰ ਪਾਰਟੀ ਇਹ ਚਾਹੁੰਦੀ ਹੈ, ਪਾਰਟੀਆਂ ਤਾਂ ਬਣ ਜਾਣਗੀਆਂ, ਨੁਕਸਾਨ ਕਰਾ ਕੇ ਕੀ ਮਿਲੂਗਾ? ਕੀ ਮਿਲ ਗਿਆ? ਉਹ ਬੇਅਦਬੀ ਕਰਨ ਆਇਆ, ਸਿੰਘਾਂ ਨੇ ਸੌਦਾ ਲਾਤਾ, ਸਿੰਘ ਅੰਦਰ ਸਿਲੰਡਰ ਕਰ ਗਏ, ਕੀ ਹੋ ਗਿਆ? ਮਾਹੌਲ ਖਰਾਬ ਹੋਣ ਲਈ ਸਿਸਟਮ ਹੈ ਸਾਰਾ। ਕਿ ਉਹ ਵੀ ਕਹਿਣਾ ਕਿ ਨਹੀਂ, ਸਾਨੂੰ ਕਹਿਣਾ ਹੀ ਸਾਰਿਆਂ ਨੇ। ਪਰ ਉਹੀ ਹੈ ਕਿ ਜਿਹੜਾ ਸੌਦਾ ਲਾਇਆ ਗਿਆ ਉਹ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਨੂੰ ਮਨਜ਼ੂਰ ਨਹੀਂ ਹੈ। ਉਹ ਤਰੀਕਾ ਜਿਹੜਾ ਹੈਗਾ, ਜੇ ਆਪਾਂ ਦੁਨੀਆ ਦੇ ਉੱਤੇ ਦੇਖ ਲਈਏ, ਇਸ ਕਾਨੂੰਨ ਦੀ ਇਸ ਦੁਨੀਆ ਦੇ ਵਿੱਚ ਲੋਕਾਂ ਨੂੰ ਮਨਜ਼ੂਰ ਨਹੀਂ ਹੈ। ਉਹਨਾਂ ਨੂੰ ਕभी ਹਰਿਮੰਦਰ ਸਾਹਿਬ ਚੱਲ ਜਾਓ। ਜਦੋਂ ਅਬਦਾਲੀ ਨੇ ਬੇਅਦਬੀ ਕਰੀ ਸੀ, ਵਰਸ਼ੇ ਤੇ ਉਹਦਾ ਸਿਰ ਟੰਗ ਲਿਆ ਸੀ ਜਾ ਕੇ। ਉਹ ਤਾਂ ਘਰੇ ਆ ਕੇ ਕਰ ਰਿਹਾ। ਜਿਹੜੇ ਗੁਰੂ ਸਾਹਿਬ ਤੋਂ ਪੂਰੇ ਸੰਪੂਰਨ ਤੋਂ ਤੁਸੀਂ ਸੋਝ ਹੀ ਲੈਂਦੇ ਹੋ, ਅੰਮ੍ਰਿਤ ਵੇਲੇ ਉੱਠਦੇ ਹੋ, ਬਾਣੀ ਪੰਜਾਂ ਬਾਣੀਆਂ ਦਾ ਨਿਤਨੇਮ ਦਾ ਅਸਰ ਨਹੀਂ ਹੈਗਾ ਸੰਸਾਰ ਤੇ। ਬਾਣੀ ਦਾ ਅਸਰ ਹੀ ਨਹੀਂ ਹੋਇਆ ਹਾਲੇ ਤੱਕ। ਜਾਂ ਪੜ ਗੱਦੀ ਲੱਦੀ ਹੈ। ਅਸਰ ਦਾ ਦੇਖੋ ਭਾਵ। ਜਿਨ੍ਹਾਂ ਤੇ ਅਸਰ ਸੀ ਉਹਨਾਂ ਨੇ ਨਹੀਂ ਨਰਾਦਰ ਹੋਰ ਦਿੱਤਾ, ਉਹਨਾਂ ਨੇ ਸੌਦਾ ਲਾਤਾ। ਉਹ ਤਾਂ ਉਹਨਾਂ ਦੀ ਸੇਵਾ ਦਾ ਫਲ ਹੈ। ਜਿਹੜਾ ਸੇਵਾ ਕਰੂਗਾ ਮਹਾਰਾਜ ਉਹਨੂੰ ਦੇ ਦੇਣਗੇ। ਕਿਸੇ ਨੂੰ ਵੀ ਜਿਹਨੇ ਕੋਈ ਵੀ ਕਾਰਜ ਕਰਦਾ ਗੁਰੂ ਦੇ ਹੁਕਮ 'ਚ ਹੋ ਰਿਹਾ ਹੈ। ਦੇਖੋ, ਥੋੜੇ ਦਿਨ ਹੋ ਗਏ ਬੇਅਦਬੀ, ਕੱਲ ਸਾਡੀ ਫੋਟੋ ਪੈ ਗਈ। ਕੀ ਚੱਲ ਰਿਹਾ ਸਾਨੂੰ ਕਲੀਅਰ ਦੱਸ ਦਿਓ ਵੀ ਬਾਬਾ ਜੀ ਅਸੀਂ ਆਹ ਚਾਹੁੰਦੇ, ਅਸੀਂ ਉਹ ਕਰਾਂਗੇ। ਪਰ ਸਾਨੂੰ ਦੱਸ ਕੇ ਕੀਤਾ ਜਾਵੇ। ਗੁਰੂ ਸਾਹਿਬ ਦੇ ਨਾਲ ਨਾ ਜੋੜ ਕੇ, ਬਾਣੇ ਨਾਲ ਨਾ ਜੋੜ ਕੇ, ਅੰਦੋਲਨ ਤੋਂ ਦੂਰ ਹੋ ਕੇ ਕਰੋ ਇਹ ਜਿਹਾ ਕਿਹੜਾ ਕੁਛ ਕਰਨਾ ਹੈ। ਸੋ ਬਾਬਾ ਜੀ, ਨਰਿੰਦਰ ਸਿੰਘ ਤੋਮਰ ਦੇ ਨਾਲ ਜਿਹੜੀ ਬੈਠਕ ਹੋਈ ਹੈ ਤੁਹਾਡੀ, ਇਸ ਮੋਰਚੇ ਦੇ ਵਿੱਚ ਰਹਿਣ ਦੌਰਾਨ ਕਿਸੇ ਹੋਰ ਵੀ ਬੀਜੇਪੀ ਦੇ ਲੀਡਰ ਨਾਲ ਜਾਂ ਕਿਸੇ ਵੀ ਪਾਰਟੀ ਦੇ ਲੀਡਰ ਨਾਲ ਤੁਹਾਡੀ ਮੀਟਿੰਗ ਹੋਈ ਹੈ ਕਿਸਾਨ ਅੰਦੋਲਨ ਨੂੰ ਲੈ ਕੇ? ਨਹੀਂ, ਹੋਰ ਸਾਡੀ ਕਿਸੇ ਨਾਲ ਮੀਟਿੰਗ ਨਹੀਂ ਹੋਈ। ਅਸੀਂ ਸਾਰਾ ਸੰਸਾਰ ਨੂੰ ਕਲੀਅਰ ਕਰ ਚੁੱਕੇ ਹਾਂ। ਪਰਵਾਹ ਨਾ ਕਰੋ, ਹੌਲੀ ਹੌਲੀ ਸਾਰਾ ਹੀ ਪਤਾ ਲੱਗ ਜਾਣਾ। ਦੇਖੋ, ਅਸੀਂ ਪੁੱਛਣਾ ਹੀ ਪੁੱਛਣਾ ਹੈ ਇਹਨਾਂ ਨੂੰ ਜਾ ਕੇ। ਅਸੀਂ ਕੋਰਟ ਦੇ ਦਰਵਾਜ਼ੇ ਤੇ ਜਾ ਕੇ ਕਹਿਣਾ ਵੀ ਆ ਕਰੋ ਹਿਸਾਬ ਇਹਨਾਂ ਦਾ, ਪੁੱਛੋ। ਜਿਹੜਾ ਬੰਦਾ ਜ਼ਿੰਮੇਵਾਰੀ ਤੋਂ ਭੱਜ ਗਿਆ, ਹੁਣ ਗ੍ਰਹਿ ਮੰਤਰੀ ਨੂੰ ਚਿੱਠੀਆਂ ਲਾਈਆਂ ਨੇ, ਸਾਲ ਹੋ ਗਿਆ। ਜਿਹੜਾ ਬੰਦਾ ਸਾਡੀ ਇੱਕ ਚਿੱਠੀ ਦਾ ਜਵਾਬ ਨਹੀਂ ਦੇ, ਪੰਥ ਦੀ ਚਿੱਠੀ ਦਾ ਜਵਾਬ ਨਹੀਂ ਦੇ ਸਕਦਾ, ਉਹ ਪਬਲਿਕ ਦਾ ਕੀ ਹਾਲ ਹੋਊਗਾ? ਪਬਲਿਕ ਨੂੰ ਕਿੱਥੋਂ ਨਿਆਂ ਦੇ ਦੇਣਗੇ ਇਹ? ਪਬਲਿਕ ਨੂੰ ਨਹੀਂ ਨਿਆਂ ਦੇ ਸਕਦੇ। ਸੁਪਰੀਮ ਕੋਰਟ, ਹਾਈ ਕੋਰਟ ਹੌਲੀ ਹੌਲੀ ਦੇ ਰਿਹਾ। ਉਹ ਸੱਚੇ ਬੈਠੇ ਨੇ, ਪਰ ਉੱਥੇ ਸੱਚ ਪਹੁੰਚਣ ਤੱਕ ਤਾਂ ਪਹਿਲਾਂ ਲੀਡਰ ਹੀ ਦੱਬ ਲੈਂਦੇ ਆ। ਪ੍ਰਸ਼ਾਸਨ ਨੂੰ ਜਦੋਂ ਅਫਸਰ ਇਮਾਨਦਾਰ ਹੋ ਗਏ ਸਾਰੇ, ਤਾਂ ਜਿਹੜੀਆਂ ਫਿਰ ਭਾਵੇਂ ਕੋਈ ਗੁਰੂ ਵੱਲ ਨੂੰ ਆਵੇ, ਕਿੱਧਰ ਨੂੰ ਮਰਜ਼ੀ ਆਵੇ, ਸਾਰਾ ਹੀ ਠੀਕ ਹੋ। ਅਫਸਰ ਚਾਹੀਦੇ ਆ ਇਮਾਨਦਾਰ। ਜੇ ਇਹੀ ਅਫਸਰ ਇਮਾਨਦਾਰ ਹੋ ਗਏ ਨਾ, ਸਾਡਾ ਸਾਥ ਦੇ ਗਏ, ਕਿਸਾਨ ਜਥੇਬੰਦੀਆਂ ਵਾਲੇ ਸਾਥ ਦੇ ਜਾਣ, ਇਹ ਸਾਥ ਦੇ ਜਾਣ, ਅਸੀਂ ਥੋੜੇ ਦਿਨਾਂ 'ਚ ਕਲੀਅਰ ਕਰ ਦਾਂਗੇ ਕਿਹਨੇ ਬੇਅਦਬੀ ਕਰੀ ਹੈ। ਪਰ ਇਹਨਾਂ ਧਿਆਨ ਰੱਖਿਓ ਵੀ ਇਹ ਸਾਰੀ ਚਾਲ ਤੋਮਰ ਦੀ ਹੈ।
ਇਹਨਾਂ ਨੇ ਕਰਾਇਆ ਸਾਰਾ ਕੁਝ। ਇਹਨਾਂ ਨੂੰ ਪਤਾ ਵੀ ਬਾਬਾ ਜੀ ਦੀਆਂ ਚਿੱਠੀਆਂ ਲੱਗੀਆਂ ਨੇ, ਬਾਬਾ ਜੀ ਨੇ ਜਵਾਬ ਦੇ ਦਿੱਤਾ ਸਾਨੂੰ ਇਸ ਕੰਮ ਤੋਂ, ਇਹਨਾਂ ਨੇ ਕਰਾਇਆ। ਇਹ ਉਹਨੂੰ ਵੀ ਸਾਰਿਆਂ ਨੂੰ ਪਤਾ, ਅਸੀਂ ਸਾਡੀ ਫੌਜ ਆ ਜਿਹੜੀ, ਸਾਡੀ ਫੌਜ ਸਾਡੇ ਨਾਲ ਗਈ ਆ, ਸਭ ਨੂੰ ਪਤਾ ਹੈ। ਪਰ ਸਾਨੂੰ ਆਹ ਨਹੀਂ ਸੀ ਪਤਾ ਵੀ ਇਹ ਸਾਨੂੰ ਆਹ ਚੀਜ਼ਾਂ ਕਹਿਣਗੇ। ਬਹੁਤ ਬਹੁਤ ਧੰਨਵਾਦ ਬਾਬਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਬਾਬਾ ਅਮਨ ਸਿੰਘ ਜਿਨ੍ਹਾਂ ਨੇ ਸਾਰੀ ਜਿਹੜੀ ਗੱਲ ਉਹ ਕਲੀਅਰ ਕੀਤੀ ਹੈ। ਤਸਵੀਰ ਜਿਹੜੀ ਵਾਇਰਲ ਹੋਈ ਹੈ ਉਸ ਤੋਂ ਬਾਅਦ ਇਹੀ ਨਿਚੋੜ ਉਹਨਾਂ ਨੇ ਕੱਢਿਆ ਕਿ ਬੇਅਦਬੀ ਦੀ ਜਿਹੜੀ ਸਾਜ਼ਿਸ਼ ਹੋਈ ਹੈ, ਬੇਅਦਬੀ ਦੀਆਂ ਘਟਨਾਵਾਂ ਨੇ ਉਹ ਬੀਜੇਪੀ ਦੇ ਵੱਲੋਂ ਹੀ ਕਰਵਾਈਆਂ ਗਈਆਂ ਨੇ। ਖਾਸ ਤੌਰ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਇਹਨਾਂ ਨੇ ਨਾਮ ਲਿਆ ਹੈ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ, ਦਾ ਖਾਲਸ ਟੀਵੀ ਲਈ ਸਿੰਘੂ ਬਾਰਡਰ ਤੋਂ ਖਾਸ ਰਿਪੋਰਟ।